मैं कॉलेज जाती सी अगेन आई वॉज अ यंग गर्ल, ममा नूं फोन आने कि जी कुड़ी गई है थोड़ी, सानूं पता लग्या ਇਹੋ ਜਿਹੇ ਕੱਪੜੇ ਪਾ ਕੇ ਗਈ ਹੈ, ਕਿੱਦਾਂ ਦਾ ਲੱਗੇਗਾ ਜੇ ਸ਼ਾਮੀ ਤੁਸੀਂ ਆਉਂਦੇ ਹੋ ਤਾਂ ਉਹਦੇ ਕੋਲ ਕੱਪੜੇ ਨਾ ਹੋਣ। ਸ਼ਮਸ਼ੀਰ ਇੱਕ ਮਨੁੱਖੀ ਅਧਿਕਾਰ ਅਭਿਆਨ ਹੈ ਜਿਸ ਦਾ ਆਗਾਜ਼ 2009 'ਚ ਆਸਟ੍ਰੇਲੀਆ 'ਚ ਹੋਇਆ। ਸ਼ਮਸ਼ੀਰ ਦੁਆਰਾ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਘਰੇਲੂ ਹਿੰਸਾ, ਸਰੀਰਕ ਸ਼ੋਸ਼ਣ ਤੇ ਮਹਿਲਾਵਾਂ ਤੇ ਬੱਚਿਆਂ ਖਿਲਾਫ ਹਿੰਸਾ ਦੇ ਮੁੱਦਿਆਂ ਦੇ ਸੰਬੰਧ ਵਿੱਚ ਆਵਾਜ਼ ਬੁਲੰਦ ਕੀਤੀ ਜਾਂਦੀ ਹੈ। ਸ਼ਮਸ਼ੀਰ ਰਾਣਾ ਦੀ ਆਪਣੀ ਭੈਣ ਸਾਰੂ ਰਾਣਾ ਜਦੋਂ ਪੰਜਾਬੀ ਯੂਨੀਵਰਸਿਟੀ 'ਚ ਸਰੀਰਕ ਤੇ ਮਾਨਸਿਕ ਸ਼ੋਸ਼ਣ ਦਾ ਸ਼ਿਕਾਰ ਹੋਏ ਤਾਂ ਉਸ ਖੌਫਨਾਕ ਦੌਰ 'ਚੋਂ ਦਰਗੁਜ਼ਰ ਹੁੰਦੇ ਸ਼ਮਸ਼ੀਰ ਨੇ ਇਹ ਤੈਅ ਕਰ ਲਿਆ ਕਿ ਉਹ ਇਸ ਤਰ੍ਹਾਂ ਦੇ ਸ਼ੋਸ਼ਣ ਦਾ ਸ਼ਿਕਾਰ ਹੋਏ ਲੋਕਾਂ ਦੀ ਆਵਾਜ਼ ਬਣਨਗੇ। ਆਸਟ੍ਰੇਲੀਆ ਤੋਂ ਜੋ ਡਾਲਰਸ ਆਏ ਸੀਗੇ ਉਹ ਵਿਆਜ ਖਤਮ ਹੋ ਗਏ। ਫਿਰ ਉਹ ਗੱਲਾਂ ਉਹੀ ਕਿ ਤੇਰੇ ਪੇਰੈਂਟਸ ਨੇ ਇੰਨਾ ਦਿੱਤਾ, ਜਦ ਕਿ ਮੈਂ ਇੱਕ ਸਪੌਟਡ ਗਰਲ ਲੈ ਕੇ ਆਇਆ ਸੀਗਾ। ਸੁਣੋ ਇਸੇ ਹਵਾਲੇ ਨਾਲ ਦਾ ਅਨਮਿਊਟ ਦੀ ਖਾਸ ਗੱਲਬਾਤ। दोस्तों, उर्दू का एक बड़ा मकबूल शेर है कि ये भी दौर देखा है तवारीख की नज़रों ने, लम्हों ने खता की और सदियों ने सज़ा पाई। कई वारी ਜਦੋਂ ਕੋਈ ਕਿਸੇ ਕਿਸਮ ਦੀ ਵਧੀਕੀ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਇਸ ਦਾ ਅਸਰ ਤਾ ਉਮਰ ਰਹਿੰਦਾ ਹੈ। ਇੱਕ ਗਲਤੀ ਤੁਹਾਡੀ ਜ਼ਿੰਦਗੀ ਵਿਗਾੜ ਸਕਦੀ ਹੈ, ਤੁਹਾਨੂੰ ਸਾਰੀ ਉਮਰ ਸੋਚਣ ਲਈ ਮਜਬੂਰ ਕਰ ਸਕਦੀ ਹੈ। ਔਰ ਮਨੀਪੁਰ ਦੇ ਵਿੱਚ ਜਿਸ ਕਿਸਮ ਦੀ ਘਟਨਾ ਹੋਈ ਹੈ, तमाम दुनिया का मीडिया इस बारे लिख रहा है और इसने सानू सारियां नू तय अंदरों तक हिला के रख दिता है। BBC ने हाल ही एक इस तरह की रिपोर्ट पब्लिश की थी जिस विच उन्हां औरतां दा वर्शन सी कि घटना तो बाद औरतां किस तरह का महसूस कर रही ने। तुसी सारे समझ सकते हो कि वो की महसूस कर रही होणगियां, पर की तुसी इस चीज़ तो जाणो हो कि रेप जिहड़ा केस है वो हर 1 ਮਿੰਟ ਦੇ ਵਿੱਚ ਇੱਕ ਹੋ ਰਿਹਾ ਜਾਂ ਸ਼ਾਇਦ ਉਸ ਤੋਂ ਵੀ ਜ਼ਿਆਦਾ। ਕ੍ਰਾਈਮ ਬਿਊਰੋ ਦੀ ਰਿਪੋਰਟ ਮੁਤਾਬਿਕ ਘੱਟੋ ਘੱਟ 1 ਸਾਲ ਦੇ ਵਿੱਚ 32,000 ਦੇ ਆਸ-ਪਾਸ ਜਿਹੜੇ ਕੇਸ ਨੇ ਉਹ ਦਰਜ ਕੀਤੇ ਗਏ ਨੇ, ਯਾਨੀ ਕਿ ਹਰ ਰੋਜ਼ ਕਰੀਬਨ 86 ਕੇਸ ਰੇਪ ਦੇ ਦਰਜ ਕੀਤੇ ਜਾ ਰਹੇ ਨੇ। ਔਰ ਇਹ ਸਿਰਫ ਉਹ ਕੇਸਿਸ ਨੇ ਜਿਹੜੇ ਅੱਗੇ ਆਉਣ ਦੀ ਹਿਮਾਕਤ ਕਰਦੇ ਨੇ, ਪਰ ਕੁਝ ਕੇਸਿਸ, ਕੁਝ ਆਵਾਜ਼ਾਂ ਜਿਹੜੀਆਂ ਦੱਬ ਕੇ ਰਹਿ ਜਾਂਦੀਆਂ ਨੇ, ਉਹਨਾਂ ਦਾ ਕੀ ਸ਼ਮਸ਼ੀਰ? ਉਹਨਾਂ ਲਈ ਅਸੀਂ ਖੜੇ ਹਾਂ ਜੀ। ਜਿਹੜੀਆਂ ਆਵਾਜ਼ਾਂ ਬੋਲਣਾ ਚਾਹੁੰਦੀਆਂ ਨੇ ਉਹਨਾਂ ਨੂੰ ਰਾਹ ਨਹੀਂ ਪਤਾ ਹੈਗਾ, ਜਾਂ ਕਈ ਵਾਰੀ ਫੈਮਿਲੀ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਹੈ, ਇੱਕ ਸੋਸ਼ਲ ਸਟਿਗਮਾ ਬਣ ਜਾਂਦਾ ਹੈ। ਕਿਉਂਕਿ ਅੱਜ ਕੱਲ੍ਹ ਇੱਕ ਨਵੀਂ ਦੌਰ ਸ਼ੁਰੂ ਹੋਇਆ ਕਿ ਵਿਟਨੈਸ ਬਲੇਮਿੰਗ, ਜੀ, ਜੋ ਕਿ ਵਿਕਟਮ ਹੈਗਾ ਉਹਨੂੰ ਹੀ ਬਲੇਮ ਕੀਤਾ ਜਾਂਦਾ ਹੈ। ਪਹਿਲਾਂ ਵੀ ਚਰਨ ਚੱਲਦਾ ਰਿਹਾ ਕਿ ਜੀ ਤੁਹਾਨੂੰ ਜੇ ਛੇੜਿਆ ਗਿਆ ਤਾਂ ਤੁਸੀਂ ਪੱਕਾ ਸਕਰਟ ਪਾਈ ਹੋਏਗੀ, ਅਦਰਵਾਈਜ਼ ਕੋਈ ਬੰਦਾ ਛੇੜਦਾ ਨਹੀਂ ਹੈ। ਬਿਲਕੁਲ। ਜੇ ਤੁਹਾਡੇ ਨਾਲ ਇੱਦਾਂ ਹੋਇਆ ਤਾਂ ਕਿਤੇ ਨਾ ਕਿਤੇ ਕਸੂਰ ਤੁਹਾਡਾ ਹੁੰਦਾ ਹੈ। ਤੋ ਜੋ ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ, ਇੱਕ ਰੇਪ ਜਾਂ ਕੋਈ ਇਨਸੀਡੈਂਟ ਬੰਦੇ ਦੇ ਸਰੀਰ ਨੂੰ ਜਿੰਨੀ ਸੱਟ ਪਹੁੰਚਾਉਂਦਾ ਹੈ ਓਨਾ ਹੀ ਉਹਦਾ ਮਾਨਸਿਕ ਨੂੰ ਸੰਤੁਲਨ ਨੂੰ ਵੀ ਖਰਾਬ ਕਰਦਾ ਹੈ। ਉਹਦੀ ਮੈਂਟਲ ਸਟੇਟ, ਉਹਦੀ ਫਿਜ਼ੀਓਲੋਜੀਕਲ ਸਟੇਟ, ਉਹਦੀ ਸਾਈਕੋਲੋਜੀਕਲ ਸਟੇਟ, ਹਰ ਚੀਜ਼ 'ਤੇ। ਔਰ ਰਾਦਰ ਦੈਨ ਉਹਨੂੰ ਉਸ 'ਚੋਂ ਬਾਹਰ ਕੱਢਣ ਦੀ ਥਾਂ ਕਿਤੇ ਨਾ ਕਿਤੇ ਉਹਦੇ ਆਪਣੇ, ਕਿਤੇ ਨਾ ਕਿਤੇ ਸੁਸਾਇਟੀ ਉਹਨੂੰ ਰੋਜ਼ ਉਹੀ ਪੀੜ ਫਿਰ ਤੋਂ ਜੀਣ ਲਈ ਮਜਬੂਰ ਕਰਦੀ ਹੈ। ਜੀ ਹੈ ਸਾਡੀ ਆਰਗੇਨਾਈਜੇਸ਼ਨ ਸ਼ਮਸ਼ੀਰ ਆਰਗੇਨਾਈਜੇਸ਼ਨ ਇੰਟਰਨੈਸ਼ਨਲੀ ਹੈ। ਅਸੀਂ ਆਪਣੇ ਬੂਹੇ, ਆਪਣੇ ਫੋਨਸ, ਆਪਣੇ ਸੋਸ਼ਲ ਮੀਡੀਆ ਸਾਰੇ ਖੁੱਲ੍ਹੇ ਹੋਏ ਨੇ। ਜੇ ਕਿਸੇ ਲੇਡੀ ਨੂੰ ਲੱਗਦਾ ਹੈ ਕਿ ਮੈਂ ਇਸ ਨੂੰ ਹੁਣ ਨਹੀਂ ਸਹਿਣਾ ਤਾਂ ਉੱਥੇ ਅਸੀਂ ਖੜੇ ਹੁੰਦੇ ਹਾਂ। ਅਸੀਂ ਉਹਨਾਂ ਨੂੰ ਐਜੂਕੇਟ ਕਰਦੇ ਹਾਂ। ਸਭ ਤੋਂ ਪਹਿਲੀ ਗੱਲ ਇੱਕ ਐਜੂਕੇਸ਼ਨ ਹੋਣੀ ਜ਼ਰੂਰੀ ਹੈ ਕਿ ਤੁਹਾਡੇ ਨਾਲ ਇਹ ਹੋਇਆ, ਉਹਦੇ 2 ਪਹਿਲੂ ਹੋ ਸਕਦੇ ਨੇ, A ਐਂਡ B। ਉਸ ਤੋਂ ਬਾਅਦ ਉਹਨਾਂ ਨੂੰ ਦੱਸਦੇ ਹਾਂ ਕਿ ਹੁਣ ਤੁਹਾਨੂੰ ਕੀ ਚੋਇਸਿਸ ਪਸੰਦ ਨੇ। ਲੇਡੀਜ਼ ਕਈ ਵਾਰੀ ਕਹਿੰਦੀਆਂ ਕਿ ਨਹੀਂ ਜੀ ਮੈਂ ਰਹਿਣਾ ਜਾਂ ਵਸਣਾ ਇਹਨਾਂ ਨਾਲ ਹੀ ਹੈ, ਬਟ ਮੇਰੇ ਨਾਲ ਅੱਜ ਤੋਂ ਬਾਅਦ ਇਹ ਨਾ ਕਰਨ। ਜੀ। ਤਾਂ ਉੱਥੇ ਸਾਡਾ ਕੰਮ ਹੁੰਦਾ ਹੈ ਕਿ ਦੋਨਾਂ ਧਿਰਾਂ ਨੂੰ ਬਿਠਾ ਕੇ ਸਮਝਾ ਕੇ ਜੀ ਉਹਨਾਂ ਨੂੰ ਵਸਾਇਆ ਜਾਵੇ। ਪਲੱਸ ਇਕੱਲਾ ਵਸਾਉਣ ਨਾਲ ਨਹੀਂ, ਉਹਨੂੰ ਪਿੱਛੋਂ ਦੀ ਪ੍ਰੋਟੈਕਸ਼ਨ ਦਿੱਤੀ ਜਾਵੇ। ਜੀ। ਵੈਨ ਵੀ ਟਾਕ ਅਬਾਊਟ ਪ੍ਰੋਟੈਕਸ਼ਨ ਦਾ ਮਤਲਬ ਹੁੰਦਾ ਕਿ ਕੋਈ ਨਾ ਕੋਈ ਉਹਨਾਂ ਦੇ ਉੱਤੇ ਜਾਂਦਾ ਹੈ, ਮਿਲਦਾ ਹੈ। ਉਹ ਕਿਸੇ ਰਿਸ਼ਤੇਦਾਰ ਦੀ ਡਿਊਟੀ ਲਾਈਏ ਜਿੱਥੇ ਉਹ ਜ਼ਿਆਦਾ ਕੰਫਰਟੇਬਲ ਹੋਣ, ਜਾਂ ਜੇ ਕੇਸ ਕਿਤੇ ਜ਼ਿਆਦਾ ਹੁੰਦਾ ਡੋਮੈਸਟਿਕ ਵਾਇਲੈਂਸ ਦਾ ਹੋ ਗਿਆ ਤਾਂ ਫਿਰ ਇੱਕ ਪੁਲਿਸ ਆਫਿਸਰ ਨਾਲ ਨਿਯੁਕਤ ਕੀਤਾ ਜਾਂਦਾ ਹੈ। ਜੀ। ਜੇ ਲੇਡੀ ਕਹਿੰਦੀ ਹੈ ਮੈਨੂੰ ਆਪਸ਼ਨ B ਚਾਹੀਦੀ ਹੈ ਕਿ ਮੈਂ ਨਹੀਂ
ਕਰ ਸਕਦੀ, ਮੈਂ ਰੋਜ਼ ਉੱਠ ਕੇ ਇਸ ਚੀਜ਼ ਨੂੰ ਨਹੀਂ ਬਰਦਾਸ਼ਤ ਕਰ ਸਕਦੀ, ਫਿਰ ਉਹਨਾਂ ਲਈ ਜੋ ਬਣਦਾ ਰਾਹ ਹੈਗਾ ਕਿ ਅਗੇਨ ਜ਼ਰੂਰੀ ਨਹੀਂ ਹੈ ਕਿਚੜ ਨਾਲ ਕਿਚੜ ਹੋਣਾ ਹੈਗਾ, ਇੱਜ਼ਤ ਨਾਲ ਸੈਪਰੇਟ ਹੋ ਜਾਓ, ਜੋ ਹੱਕ ਤੁਹਾਡੇ ਬਣਦੇ ਹੈਗੇ ਨੇ ਉਹ ਦੋ, ਜਿਹਦੇ ਵਿੱਚ ਗਵਰਨਮੈਂਟ ਸਾਡੀ ਬਹੁਤ ਹੈਲਪ ਕਰਦੀ ਹੈ। ਜੀ ਸ਼ਮਸ਼ੀਰ ਜਿਹੜੀ ਆਰਗੇਨਾਈਜੇਸ਼ਨ ਹੈ ਉਹ ਅ ਪਾਰਟ ਆਫ ਇੰਡੀਆ ਵਰਲਡ ਵਾਈਡ ਬਹੁਤ ਬਿਹਤਰੀਨ ਤਰੀਕੇ ਨਾਲ ਕੰਮ ਵੀ ਕਰ ਰਹੀ ਹੈ, ਪਰ ਮੈਂ ਇਹ ਜਾਣਨਾ ਚਾਹੂੰਗੀ ਕਿ ਡੇਟਾਸ ਦੇ ਅਕੋਰਡਿੰਗ ਜਿਵੇਂ ਹਰ 10 ਚੋਂ 6 ਮਹਿਲਾਵਾਂ, ਅਮਰੀਕਾ ਦੀ ਗੱਲ ਕਰੀਏ, ਕੈਨੇਡਾ ਦੀ ਕਰੀਏ, ਆਸਟ੍ਰੇਲੀਆ ਦੀ ਕਰੀਏ, ਉਹ ਪੀੜਤ ਨੇ ਜਾਂ ਤਾਂ ਸੈਕਸ਼ੂਅਲ ਅਬਿਊਜ਼ ਕਰਕੇ ਜਾਂ ਉਹਨਾਂ ਨਾਲ ਮੈਂਟਲ ਹਰਾਸਮੈਂਟ ਹੋ ਰਹੀ ਹੈ, ਤੇ ਇਹ ਡੇਟਾ ਕਿੰਨਾ ਕੁ ਸਹੀ ਹੈ? ਇਹ ਬਿਲਕੁਲ ਸਹੀ ਹੈਗਾ, ਔਰ ਇਹ ਹਲੇ ਉਹ ਡੇਟਾ ਜਿਹੜਾ ਰਿਪੋਰਟਡ ਹੋਇਆ ਜੀ, ਇਹ ਹਲੇ ਉਹ ਹੈਗੇ ਆ, ਕਿਉਂਕਿ ਕਈ ਬੱਚੇ ਹੈਗੇ ਨੇ ਇਸ ਦੇ ਵਿੱਚ ਜਿਨ੍ਹਾਂ ਨੂੰ ਹਲੇ ਤੱਕ ਪਤਾ ਹੀ ਨਹੀਂ ਉਹਨਾਂ ਨਾਲ ਹੋ ਕੀ ਰਿਹਾ ਜੀ, ਜਦ ਤੱਕ ਉਹ ਸਮਝਣ ਦੀ ਉਮਰ 'ਚ ਨਹੀਂ ਆਉਂਦੇ ਹੈਗੇ ਨੇ, ਤੇ ਇਹ ਉਹ ਡੇਟਾ ਜਿਹੜਾ ਰਿਪੋਰਟਡ ਹੈਗਾ, ਔਰ ਬਿਲਕੁਲ ਠੀਕ ਹੈ, ਆਲਦੋਜ਼ ਥੀਸ ਕੰਟਰੀਜ਼ ਆਰ ਡਿਵੈਲਪਡ, ਲੇਕਿਨ ਸੋਸ਼ਲੀ ਅਵੇਅਰਨੈਸ ਨਹੀਂ ਹੈਗੀ ਹੈ। ਉਹ ਜਦ ਤੱਕ ਅਵੇਅਰਨੈਸ ਨਹੀਂ ਆਉਂਦੀ, ਹਾਲਾਂਕਿ ਅਮਰੀਕਾ, ਕੈਨੇਡਾ ਜਾਂ ਬਾਹਰਲੀ ਜਿੰਨੇ ਵੀ ਕਾਲਜਸ ਹੈਗੇ ਉੱਥੇ ਇੱਕ ਸਰਟਨ ਏਜ ਤੋਂ ਬਾਅਦ ਸੈਕਸ ਐਜੂਕੇਸ਼ਨ ਦਾ ਇੱਕ ਟੌਪਿਕ ਸ਼ੁਰੂ ਕੀਤਾ ਜਾਂਦਾ ਹੈ, ਲੇਕਿਨ ਉਹਦੇ ਵਿੱਚ ਉਹੀ ਗੱਲ ਹੈਗੀ ਨਾ, ਸਮਝਾਉਣ ਦੇ ਤਰੀਕੇ ਤੇ ਆਉਂਦਾ ਹੈ, ਉੱਥੇ ਉਹਨਾਂ ਨੂੰ ਸਿਰਫ ਇੱਕ ਪ੍ਰੋਟੈਕਸ਼ਨ ਦੱਸੀ ਜਾਂਦੀ ਹੈ ਕਿ ਜੀ ਓਕੇ ਵੀ ਨੋ ਯੂ ਅੰਡਰਸਟੈਂਡ ਕਿ ਤੁਸੀਂ ਇਸ ਏਜ ਤੇ ਆ ਗਏ ਹੋ ਜਿੱਥੇ ਤੁਸੀਂ ਆਪਣੇ ਆਪ ਨੂੰ ਐਕਸਪਲੋਰ ਕਰੋਗੇ, ਲੇਕਿਨ ਉਹਦੇ ਅੱਗੇ ਕੀ ਹੋ ਸਕਦਾ ਜਾਂ ਕੀ ਨਹੀਂ ਹੋ ਸਕਦਾ, ਮੈਂ ਹਮੇਸ਼ਾ ਕਹਿੰਦੀ ਹਾਂ ਕਿ ਜੇ ਤੁਸੀਂ ਕਹਿੰਦੇ ਹੋ ਕਿ ਕੁੜੀ ਨੂੰ ਆਪਣੇ ਆਪ ਨੂੰ ਸੇਫ ਇਨਵਾਇਰਨਮੈਂਟ ਦੇ ਵਿੱਚ ਰੱਖਣਾ ਹੈ, ਤਾਂ ਮੁੰਡੇ ਨੂੰ ਦੱਸੋ ਕਿ ਕੁੜੀ ਨੂੰ ਸੇਫ ਇਨਵਾਇਰਨਮੈਂਟ 'ਚ ਕਿਵੇਂ ਰੱਖੀ ਜਾਈਦਾ ਹੈ ਜੀ, ਤਾਂ ਸੀਖ ਦੋਨੋਂ ਪਾਸੇ ਜਾਣੀ ਚਾਹੀਦੀ ਹੈਗੀ ਹੈ। ਸੋ ਟੈਕਨੋਲੋਜੀ ਵਾਈਜ਼ ਇਹ ਕੰਟਰੀ ਸਾਡੇ ਤੋਂ ਬਹੁਤ ਅੱਗੇ ਹੈਗੀਆਂ ਨੇ, ਜੇ ਦੇਖਿਆ ਜਾਵੇ ਓਪਨਨੈਸ ਕਲਚਰ ਵਾਈਜ਼ ਦੇ ਆਰ ਅਹੈਡ, ਬਟ ਸਟਿਲ ਦੇਰ ਆਰ ਸਰਟਨ ਜਿੱਥੇ ਬੰਦੇ ਵਸਦੇ ਉੱਥੇ ਕ੍ਰਾਈਮ ਹੋਣਗੇ ਹੀ ਹੋਣਗੇ, ਐਂਡ ਬੰਦੇ ਮੀਨਸ ਹਿਊਮੈਨਿਟੀ, ਜਿੱਥੇ ਹਿਊਮਨਸ ਹੈਗੇ ਉੱਥੇ ਕੁਛ ਨਾ ਕੁਛ ਗਲਤ ਤੇ ਸਹੀ ਰਹੇਗਾ, ਤਾਂ ਹੀ ਇਹ ਨਿਆਂ ਹੈਗਾ, ਜੇ ਲਾਈਟ ਹੈ ਤਾਂ ਡਾਰਕਨੈਸ ਨੇ ਹੋਣਾ ਹੀ ਹੋਣਾ ਹੈ। ਸ਼ਮਸ਼ੀਰ ਜੀ, ਜਿਸ ਤਰ੍ਹਾਂ ਸਾਰੂ ਰਾਣਾ ਹੋਰਾਂ ਦਾ ਕੇਸ ਹੋਇਆ, ਉਹ ਤੁਹਾਡੇ ਵੱਡੇ ਭੈਣ ਜੀ ਸੀ ਹੈਗੇ ਨੇ, ਆਈ ਮੀਨ, ਤੇ ਉਹਨਾਂ ਨਾਲ ਜਿਹੜਾ ਇਹ ਵਾਪਰਿਆ, ਜਿਹੜੀ ਮੰਦਭਾਗੀ ਘਟਨਾ ਹੋਈ, ਇਹ ਜਗ ਜ਼ਾਹਰ ਹੋ ਗਈ। ਉਸ ਤੋਂ ਇਲਾਵਾ ਮੈਂ ਉਸ ਦੌਰ ਦੀ ਵੀ ਗੱਲ ਕਰਨਾ ਚਾਹੂੰਗੀ, ਉਸ ਕੇਸ ਦੀ ਦੁਬਾਰਾ ਗੱਲ ਕਰਨਾ ਚਾਹੂੰਗੀ ਕਿ ਉਹਨਾਂ ਨੇ ਜਦੋਂ ਇਸ ਪ੍ਰਤੀ ਆਵਾਜ਼ ਚੁੱਕੀ ਤੇ 196 ਔਰ 197 ਜਿਹੜੀਆਂ ਹੋਰ ਲੜਕੀਆਂ ਸੀ ਉਹ ਅੱਗੇ ਸਾਹਮਣੇ ਆਈਆਂ, ਉਹਨਾਂ ਨੇ ਜੱਜ ਸਾਹਿਬਾਨ ਨੂੰ ਲੈਟਰਸ ਲਿਖੇ, ਤਾਂ ਇੰਨੀ ਵੱਡੀ ਤਾਦਾਦ ਦੇ ਵਿੱਚ ਯੂਨੀਵਰਸਿਟੀ ਇਹ ਕੁਝ ਹੋ ਰਿਹਾ ਸੀ, ਤਾਂ ਮਤਲਬ ਹਾਲੇ ਵੀ ਉਹ ਬੰਦ ਤਾਂ ਹੋ ਨਹੀਂ ਗਿਆ ਹੋਣਾ, ਕਿਉਂਕਿ ਉਸ ਕਿਸਮ ਦੇ ਐਕਸ਼ਨਸ ਨਹੀਂ ਲਏ ਗਏ, ਪਰ ਕੀ ਤੁਹਾਡੀ ਸਾਈਕੀ ਇਸ ਪਿੱਛੇ ਇਹੀ ਰਹੀ ਇਹ ਤਮਾਮ ਸ਼ੁਰੂ ਕਰਨ ਵਾਸਤੇ, ਜਾਂ ਮੈਂ ਜਾਣਨਾ ਚਾਹੂੰਗੀ ਉਹ ਦੌਰ ਐਗਜ਼ੈਕਟਲੀ ਕੀ ਸੀ, ਤੁਸੀਂ ਕੀ ਫੀਲ ਕਰਦੇ ਸੀ ਉਸ ਟਾਈਮ ਤੇ? ਸਭ ਤੋਂ ਪਹਿਲੀ ਇਹ ਸੀਗੀ ਕਿ ਜੇ ਸਾਰੂ ਨੇ ਗੱਲ ਕੀਤੀ ਜੀ, ਤਾਂ ਕਹਿੰਦੇ ਨਾ ਸਭ ਤੋਂ ਲਈ ਆਪਣੇ ਲਈ ਲੜੋ ਜੀ। ਸਾਰੂ ਨੇ ਆਪਣੀ ਲਈ ਲੜਾਈ ਸ਼ੁਰੂ ਕੀਤੀ ਕਿ ਮੇਰੇ ਨਾਲ ਇਹ ਗਲਤ ਹੋਇਆ, ਇੱਕ ਇਹ ਜੇ ਜਿੱਥੇ ਬੱਚਿਆਂ ਨੂੰ ਵਿਸ਼ਵਾਸ ਨਾਲ ਭੇਜਿਆ ਜਾਂਦਾ, ਜਿਹਨੂੰ ਇਹ ਕਹਿੰਦਾ ਆਪਾਂ ਮੰਦਿਰ ਕਹਿੰਦੇ ਆ, ਵਿਸ਼ਵਵਿਦਿਆਲਿਆ ਇੱਕ ਮੰਦਿਰ ਹੈਗਾ, ਉੱਥੇ ਇੱਕ ਮੰਦਿਰ ਦੇ ਵਿੱਚ ਇਹ ਹਰਕਤ ਹੋ ਰਹੀ ਹੈਗੀ ਹੈ, ਇਟ ਵਾਜ਼ ਅ ਸੈਕਸ਼ੂਅਲ ਅਸੌਲਟ ਕੇਸ ਜੀ, ਤੇ ਉਸ ਚੀਜ਼ ਨੂੰ ਕਿਵੇਂ ਰੋਕਿਆ ਜਾਵੇ? ਜਦੋਂ ਸਾਰੂ ਨੇ ਆਪਣੀ ਲੜਾਈ ਅੱਗੇ ਲੜੀ, ਔਰ ਇੱਕ ਕਹਿੰਦੇ ਆ ਨਾ ਕਿ ਕੋਈ ਨਾ ਕੋਈ ਬੰਦਾ ਲੱਭਦਾ ਹੁੰਦਾ ਜਿਹੜਾ ਗਿਰਿਆ ਹੁੰਦਾ ਕਿ ਬਾਹ ਮਿਲ ਜੇ ਮੈਨੂੰ ਚੱਕ ਲੇ, ਉਸ ਤੋਂ ਬਾਅਦ ਉਹ ਕੇਸ ਦੇ ਦੌਰਾਨ ਸਾਨੂੰ ਇੰਨੀਆਂ ਲੈਟਰਸ, ਇੰਨੀਆਂ ਕਾਲਸ ਆਈਆਂ ਨੇ ਜਿੱਥੇ ਸਾਨੂੰ ਇਹ ਦੱਸਿਆ ਗਿਆ ਕਿ ਸਾਡੇ ਨਾਲ ਵੀ ਇਹ ਵਾਪਰਿਆ, ਬਟ ਸਾਡੇ 'ਚ ਹਿੰਮਤ ਨਹੀਂ ਸੀਗੀ। ਹਿੰਮਤ ਕਿਉਂ ਨਹੀਂ ਆਉਂਦੀ? ਜਾਂ ਇੱਕ ਆਪਣੇ ਆਪ ਤੇ ਸ਼ਰਮਿੰਦਗੀ ਸਭ ਤੋਂ ਪਹਿਲੀ ਜੀ, ਦੂਜੀ ਫੈਮਿਲੀ ਸਪੋਰਟ ਨਹੀਂ ਕਰਦੀ, ਔਰ ਤੀਜੀ ਉਹਨਾਂ ਨੂੰ ਇਹ ਹੁੰਦਾ ਕਿ ਜੇ ਮੈਂ ਇਹ ਗੱਲ ਕਰਤੀ ਕਿ ਕੀ ਮੇਰਾ ਫਿਊਚਰ ਸਿਕਿਉਰ ਹੋਏਗਾ, ਕਿ ਮੇਰੇ ਨਾਲ ਕੋਈ ਵਿਆਹ ਕਰਾਏਗਾ, ਕੋਈ ਮੇਰੀ ਇੰਨੇ ਸੁਣਨ ਤੋਂ ਬਾਅਦ ਬਾਂਹ ਫੜਨ ਲਈ ਤਿਆਰ ਹੋਏਗਾ, ਤਾਂ ਉਹ ਇੱਕ ਇਨਸੀਡੈਂਟ ਨੂੰ ਇੱਕ ਨਾਈਟਮੇਅਰ ਸਮਝ ਕੇ ਉੱਥੇ ਦੱਬਣਾ ਚਾਹੁੰਦੇ ਨੇ। ਪਰ ਜਦੋਂ ਕੋਈ ਉਹਨਾਂ ਦੇ ਹੀ ਵਰਗਾ ਅੱਗੇ ਆ ਕੇ ਆਵਾਜ਼ ਚੁੱਕਦਾ ਤਾਂ ਉਹਨਾਂ ਨੂੰ ਹਿੰਮਤ ਹੁੰਦੀ ਹੈ ਕਿ ਜੇ ਇਹ ਕਰ ਸਕਦੇ ਤਾਂ ਮੈਂ ਕਿਉਂ ਨਹੀਂ। ਸਾਡੇ ਲਈ ਉਹ ਦੌਰ ਟਰੋਮੈਟਿਕ ਸੀਗਾ, ਅਸੀਂ ਬਹੁਤ ਜ਼ਿਆਦਾ ਸਟ੍ਰੈਸ 'ਚ ਰਹਿੰਦੇ ਸੀਗੇ, ਸਟ੍ਰੈਸ ਐਜ਼ ਇਨ ਕਿ ਸਾਡੇ ਮਦਰ ਸੀਗੇ ਡਾਕਟਰ ਸੁਲਤਾਨਾ ਬੇਗਮ, ਉਹਨਾਂ ਨੇ ਇਹ ਲੜਾਈ ਅੱਗੇ ਲੜੀ, ਉਹਨਾਂ ਨੇ ਇਹ ਨਹੀਂ ਸੋਚਿਆ ਕਿ ਮੇਰੀ ਇੱਕ ਧੀ ਹੈਗੀ ਹੈ ਜਿਹਦੇ ਨਾਲ ਹੋਇਆ ਤਾਂ ਦੂਜੀ ਵੀ ਧੀ ਹੈ ਜਿਹਦਾ ਵਿਆਹ ਮੈਂ ਕਰਨਾ ਹੈ, ਠੀਕ ਹੈ ਜੀ, ਬੇਟਾ ਹੈਗਾ ਜਿਹਨੂੰ ਪਤਾ ਨਹੀਂ ਕੋਈ ਧੀ ਦੇਗਾ ਜਾਂ ਨਹੀਂ ਦੇਗਾ, ਸੋ ਉਹ ਸਾਰਿਆਂ ਨੂੰ ਦੇਖਦੇ, ਬਟ ਉਹਨਾਂ ਨੂੰ ਇਹ ਸੀਗਾ ਕਿ ਜੇ ਮੈਂ ਇੱਕ ਬੱਚੇ ਨਾਲ ਖੜੀ ਹਾਂ ਤਾਂ ਮੇਰੇ ਬਾਕੀ 2 ਬੱਚੇ ਚੀਜ਼ ਸਮਝਣਗੇ ਕਿ ਮਦਰ ਸਾਨੂੰ ਵੀ ਸਪੋਰਟ ਕਰਨਗੇ, ਤਾਂ ਉਹ ਸੋਚ ਦੇ ਨਾਲ ਉਹਨਾਂ ਨੇ ਲੜਾਈ ਅੱਗੇ ਲੜੀ। ਉਹਨਾਂ ਨੂੰ ਤਕਰੀਬਨ ਰੋਜ਼ ਫੋਨਸ ਆਉਂਦੇ ਸੀਗੇ ਕਿ ਜੀ ਤੁਹਾਡਾ ਬੇਟਾ ਇੱਥੇ ਜਾ ਰਿਹਾ, ਅਸੀਂ ਇਸ 'ਤੇ ਅਟੈਕ ਕਰਾਂਗੇ, ਔਰ ਉਸ 'ਤੇ ਅਟੈਕ ਹੋਇਆ ਵੀ, ਹੀ ਵਾਜ਼ ਬੈਡਲੀ ਹਰਟ,
ਇੱਕ ਕਹਿੰਦੇ ਆ ਨਾ ਕਿ ਪੈਸੇ ਦੇ ਕੇ ਕਿਸੇ ਤੋਂ ਉਸ 'ਤੇ ਹਮਲਾ ਕਰਵਾਇਆ ਗਿਆ ਸੀਗਾ। ਜੀ। ਉਹਦੀ ਬ੍ਰੇਨ ਸਕਲ ਸਾਰੀ ਬਾਹਰ ਆ ਗਈ ਸੀਗੀ, 5% ਚਾਂਸਸ ਉਹਦੇ ਰਹਿਣ ਦੇ ਰਹਿ ਗਏ ਸੀਗੇ। ਡਾਕਟਰਸ ਨੇ ਜਵਾਬ ਦਿੱਤਾ ਸੀਗਾ, 3-4 ਮਹੀਨੇ ਲਈ ਉਹ ਪੈਰਾਲਿਟਿਕ ਵੀ ਰਿਹਾ, ਬਟ ਉਹ ਲੜਾਈ ਚੱਲਦੀ ਰਹੀ। ਜੀ। ਮੈਂ ਕਾਲਜ ਜਾਂਦੀ ਸੀਗੀ, ਅਗੇਨ ਆਈ ਵਾਜ਼ ਅ ਯੰਗ ਗਰਲ, ਮਮਾ ਨੂੰ ਫੋਨ ਆਉਣੇ ਕਿ ਜੀ ਕੁੜੀ ਗਈ ਹੈ ਤੁਹਾਡੀ, ਸਾਨੂੰ ਪਤਾ ਲੱਗਿਆ ਇਹੋ ਜਿਹੇ ਕੱਪੜੇ ਪਾ ਕੇ ਗਈ ਹੈ, ਕਿੱਦਾਂ ਦਾ ਲੱਗੇਗਾ ਜੇ ਸ਼ਾਮੀ ਤੁਸੀਂ ਆਉਂਦੇ ਹੋ ਤਾਂ ਉਹਦੇ ਕੋਲ ਕੱਪੜੇ ਨਾ ਹੋਣ, ਜਾਂ ਉਹ ਬਾਜ਼ਾਰ 'ਚ ਹੋਈ, ਇਹੋ ਜਿਹੀਆਂ ਫੋਟੋਆਂ ਅਸੀਂ ਅਖਬਾਰਾਂ 'ਚ ਛਪਵਾ ਦਈਏ। ਜਦੋਂ ਕਾਲਸ ਲੈਣੀਆਂ ਬੰਦ ਕੀਤੀਆਂ ਤਾਂ ਸਾਨੂੰ ਪੋਸਟ ਕਾਰਡਸ ਆਉਂਦੇ ਹੁੰਦੇ ਸੀਗੇ, ਅਨੋਨਿਮਸ ਲੈਟਰਸ ਪ੍ਰਿੰਟਡ ਫਾਰਮ ਦੇ ਵਿੱਚ। ਔਰ ਮੈਂ ਹੈਟਸ ਆਫ ਟੂ ਮਾਈ ਮਦਰ, ਉਹਨਾਂ ਨੇ ਕਦੀ ਆਪਣਾ ਜੋ ਸਟ੍ਰੈਸ ਸੀਗਾ ਸਾਨੂੰ ਨਹੀਂ ਦਿਖਾਇਆ। ਜੀ। ਸਾਨੂੰ ਸਿਰਫ ਇਹੀ ਕਹਿੰਦੇ ਸੀ ਕਿ ਬੇਟਾ ਸਹੀ ਲਈ ਖੜੋ, ਗਲਤ ਸਹੋ ਨਾ। ਜੀ। ਔਰ ਨਾ ਸਾਡੀ ਜ਼ਿੰਦਗੀ ਰੋਕਣ ਦੀ ਕੋਸ਼ਿਸ਼ ਕੀਤੀ ਕਿ ਨਹੀਂ ਇਹ ਹੋ ਰਿਹਾ, ਤੁਸੀਂ ਬਾਹਰ ਨਹੀਂ ਜਾਣਾ ਜਾਂ ਬੂਹੇ ਬੰਦ ਕਰੋ। ਤੁਸੀਂ, ਉਹਨਾਂ ਨੇ ਇਹੀ ਗੱਲ ਕਹੀ ਕਿ ਅਸੀਂ ਠੀਕ ਲਈ ਖੜੇ ਹਾਂ, ਅਸੀਂ ਇੱਕ ਚੰਗੀ ਲੜਾਈ ਲੜ ਰਹੇ ਹਾਂ, ਸਿਰ ਉੱਚਾ ਕਰਕੇ ਬਾਹਰ ਜਾਓ, ਕਿਸੇ ਹੋਰ ਲਈ ਪ੍ਰੇਰਨਾ ਬਣੋ। ਜੀ। ਸੋ ਉਹ ਚੀਜ਼ ਹੁੰਦੀ ਸੀਗੀ। ਸ਼ਮਸ਼ੀਰ, ਆਰ ਵੀ ਫੀਮੇਲਸ ਆਨਸਰੇਬਲ ਟੂ ਐਨੀਵਨ, ਜਾਂ ਸਾਨੂੰ ਹੋਣਾ ਚਾਹੀਦਾ? ਜਾਂ ਤੁਹਾਡੇ ਨਾਲ ਇਹ ਕਿੱਸਾ ਹੋ ਗਿਆ, ਜੀ। ਤੁਸੀਂ ਅੱਗੇ ਵੀ ਆ ਗਏ, ਜਗ ਜ਼ਾਹਰ ਹੋ ਗਿਆ, ਜੀ। ਪਰ ਕੀ ਫਿਰ ਤੁਹਾਨੂੰ ਵਿਆਹ ਵੇਲੇ ਪ੍ਰੋਬਲਮ ਆਈ? ਮੈਨੂੰ ਵਿਆਹ ਵੇਲੇ ਪ੍ਰੋਬਲਮ ਨਹੀਂ ਆਈ। ਫਿਰ ਠੀਕ ਹੈ ਜੀ। ਇਹ ਗੱਲ ਨੂੰ ਸਾਨੂੰ ਸਮਝਣਾ ਨਹੀਂ ਚਾਹੀਦਾ। ਬਟ ਸਾਰੂ ਦੀਦੀ ਦੇ ਮੈਰਿਜ 'ਚ ਡਿਫਿਕਲਟੀ ਆਈ ਸੀ। ਜੀ। ਕੇਸ ਚੱਲ ਰਿਹਾ ਸੀਗਾ, ਆਪਣੀ ਰਿਸਰਚ ਕਰਨ ਲਈ MFA ਉਹਨਾਂ ਨੇ ਕੀਤੀ ਹੋਈ ਹੈ, ਫਰਦਰ ਰਿਸਰਚ ਲਈ ਆਸਟ੍ਰੇਲੀਆ ਚਲੇ ਗਏ। ਜੀ। ਇੱਕ ਬਹੁਤ ਹੀ ਰਨਾਊਂਡ ਰਿਪੋਰਟਰ ਸੀਗੇ ਉਸ ਟਾਈਮ ਦੇ, ਉਹਨਾਂ ਨੇ ਪ੍ਰਪੋਜ਼ ਕੀਤਾ ਕਿ ਮੈਂ ਵਿਆਹ ਕਰਾਉਣਾ ਚਾਹੁੰਦਾ। ਤਾਂ ਹੁਣ ਇੱਕ ਸਾਈਕੀ ਜੇ ਚੱਲੀਏ ਕੁੜੀ ਦੀ ਕਿ ਇਹਨੂੰ ਮੇਰਾ ਪਾਸਟ ਪਤਾ ਹੈ, ਜੀ। ਇਹਨੂੰ ਮੇਰੀ ਪੇਨ ਪਤਾ ਹੈ, ਇਹਨੂੰ ਮੇਰੀ ਸਟਰਗਲ ਪਤਾ ਹੈ, ਸੋ ਹੀ ਇਜ਼ ਅ ਬੈਟਰ ਪਾਰਟਨਰ। ਜੀ। ਤੋ ਉਹ ਵਿਆਹ ਗਿਣਤੀ ਦਾ 15 ਦਿਨ ਚੱਲਿਆ। ਦੀਦੀ ਆਸਟ੍ਰੇਲੀਆ ਤੋਂ ਵਾਪਸ ਆਏ, ਉਹਨਾਂ ਦੇ ਨਾਲ ਵਿਆਹ ਕਰਵਾਇਆ। ਵਿਆਹ ਕਰਾਉਣ ਤੋਂ ਤੀਜੇ ਚੌਥੇ ਦਿਨ ਕੁੱਟਮਾਰ ਸ਼ੁਰੂ ਹੋ ਗਈ। ਕਿਉਂ ਕੁੱਟਮਾਰ ਸ਼ੁਰੂ ਹੋਈ? ਆਸਟ੍ਰੇਲੀਆ ਤੋਂ ਜੋ ਡਾਲਰਸ ਆਏ ਸੀਗੇ ਉਹ ਵਿਆਹ 'ਚ ਖਤਮ ਹੋ ਗਏ। ਫਿਰ ਉਹ ਗੱਲਾਂ ਉਹੀ ਕਿ ਤੇਰੇ ਪੇਰੈਂਟਸ ਨੇ ਇੰਨਾ ਦਿੱਤਾ, ਜਦ ਕਿ ਮੈਂ ਇੱਕ ਸਪੌਟਡ ਗਰਲ ਲੈ ਕੇ ਆਇਆ ਸੀਗਾ। ਜੀ, ਕਿ ਇਹਦੇ ਤੇ ਤਾਂ ਕਲੰਕ ਸੀਗਾ, ਹੈ ਨਾ, ਇਹਨੂੰ ਤਾਂ ਮੈਨੂੰ ਜ਼ਿਆਦਾ ਕਰਨਾ ਚਾਹੀਦਾ ਸੀਗਾ। ਦੀਦੀ ਦੀ ਫਲਾਈਟ ਹਫਤੇ ਬਾਅਦ ਹੀ ਵਾਪਸ ਸੀ ਔਰ ਉਹਨਾਂ ਨੇ ਉੱਥੇ ਜਾ ਕੇ ਪੇਪਰ ਪਾਉਣੇ ਸੀਗੇ। ਲੇਕਿਨ ਉਹ ਜਿਹੜਾ 15 ਦਿਨ ਦੀ ਤਾਂ ਮੈਰਿਜ ਚੱਲੀ, ਪਰ ਜਿਹੜਾ 1.5-2 ਮਹੀਨਾ ਉਹ ਇਨਸਾਨ ਫੋਨ 'ਤੇ ਰੋਜ਼ ਫੋਨ ਕਰਕੇ ਉਹਨਾਂ ਨੂੰ ਟਰਾਮਾਟਾਈਜ਼ ਕਰਦਾ ਸੀਗਾ ਕਿ ਤੂੰ ਮੈਨੂੰ ਪੈਸੇ ਭੇਜ, ਨਹੀਂ ਤਾਂ ਮੈਂ ਮੀਡੀਆ ਵਿੱਚ ਜਾਊਂਗਾ, ਕਿਉਂਕਿ ਮੈਂ ਮੀਡੀਆ ਨਾਲ ਜੁੜਿਆ ਹੋਇਆ, ਔਰ ਉਹਨਾਂ ਨੂੰ ਕਹੂੰਗਾ ਇਹ ਸਾਰਾ ਕੁਝ ਝੂਠਾ ਕੇਸ ਸੀਗਾ, ਇਹਨਾਂ ਨੇ ਪੈਸਿਆਂ ਲਈ ਕੀਤਾ, ਇਹਨਾਂ ਨੇ ਸਰਕਾਰੀ ਨੌਕਰੀਆਂ ਲਈ ਕੀਤਾ। ਔਰ ਮੇਰੀ ਗੱਲ 'ਤੇ ਯਕੀਨ ਕਰਨਗੇ ਕਿਉਂਕਿ ਮੈਂ ਹਸਬੈਂਡ ਹਾਂ। ਜੀ। ਸੋ ਉਸ ਚੀਜ਼ 'ਤੇ ਅਗੇਨ ਉਹ ਤੋਂ ਡਿਵੈਲਪ ਹੁੰਦਾ ਹੈ ਕਿ ਕੁੱਟਮਾਰ ਤੋਂ ਬਾਅਦ ਵੀ ਜਦੋਂ ਬੰਦਾ 7 ਸਮੁੰਦਰ ਪਾਰ ਹੈ, ਉੱਥੇ ਵੀ ਤੁਹਾਨੂੰ ਕਿੱਦਾਂ ਮੈਂਟਲੀ ਟੌਰਚਰ ਕਰ ਸਕਦਾ ਹੈ। ਜੀ। ਫਿਰ ਆਵਾਜ਼ ਚੁੱਕੀ ਗਈ। ਜੀ। ਫਿਰ ਇਸ ਹੱਕ ਲਈ ਆਵਾਜ਼ ਚੁੱਕੀ ਗਈ ਕਿ ਜਿੱਦਾਂ ਇਹ ਲੇਡੀਜ਼ ਸਰਵਾਈਵ ਕਰਦੀਆਂ ਨੇ ਤਾਂ ਉਹਨਾਂ ਦੇ ਫੈਮਿਲੀ ਦੇ ਵਿੱਚ ਕਿਵੇਂ ਅੱਗੇ, ਜੇ ਕੋਈ ਵੱਸ ਵੀ ਗਈ ਜਾਂ ਵਿਆਹੀ ਵੀ ਗਈ ਤਾਂ ਅੱਗੇ ਉਹਦੇ ਲਈ ਸਮੂਥ ਮੈਂਟਲੀ ਕਿੰਨਾ ਇੰਪੋਰਟੈਂਟ ਹੈਗਾ। ਫਿਰ ਸ਼ਮਸ਼ੀਰ ਨੇ ਉਸ ਵੱਲ ਰੁਖ ਕੀਤਾ। ਜੀ। ਪਹਿਲਾਂ ਪੀੜਤਾਂ ਲਈ ਗੱਲ ਕਰਨ ਲਈ ਤੇ ਫਿਰ ਉਹਨਾਂ ਨੂੰ ਬਾਅਦ ਚ ਮੈਂਟਲੀ ਸਟੇਬਲ ਰੱਖਣ ਲਈ, ਬਿਕੋਜ਼ ਇਹ ਬਹੁਤ ਜ਼ਿਆਦਾ ਵੱਡੀ ਲੜਾਈ ਹੈਗੀ ਹੈ। ਬਿਲਕੁਲ, ਕਿਉਂਕਿ ਤੁਸੀਂ ਕਿਸੇ ਦੇ ਹਾਲਾਤ ਬੇਸ਼ੱਕ ਹੋ ਸਕਦਾ ਵੀ ਸੁਧਾਰ ਦਿਓ, ਪਰ ਉਸ ਨੂੰ ਸਾਈਕੋਲੋਜੀਕਲੀ ਬੈਲੈਂਸ ਕਰਨਾ, ਉਸ ਨੂੰ ਮੈਂਟਲੀ ਦੁਬਾਰਾ ਜ਼ਿੰਦਗੀ ਜਿਉਣ ਲਈ ਪ੍ਰੇਰਿਤ ਕਰਨਾ ਆਪਣੇ ਆਪ 'ਚ ਇੱਕ ਬਹੁਤ ਵੱਡਾ ਟਾਸਕ ਹੈ। ਔਰ ਇਹ ਹਰ ਕਿਸੇ ਦੇ ਵੱਸ ਦੀ ਗੱਲ ਵੀ ਨਹੀਂ, ਔਰ ਇੰਨੀ ਜਲਦੀ, ਕਿਉਂਕਿ ਹਰੇਕ ਬੰਦੇ ਦੀ ਸਾਈਕੀ ਡਿਫਰੈਂਟ ਕਿਸਮ ਦੀ ਹੁੰਦੀ ਹੈ ਅਤੇ ਹਰੇਕ ਪੈਂਤੜਾ ਹਰ ਇੱਕ ਬੰਦੇ 'ਤੇ ਅਪਲਾਈ ਨਹੀਂ ਕੀਤਾ ਜਾ ਸਕਦਾ। ਸ਼ਮਸ਼ੀਰ ਦੇ ਦੌਰਾਨ ਸ਼ਮਸ਼ੀਰ ਨੇ ਕਿਸ ਤਰ੍ਹਾਂ ਦੇ ਕੇਸਿਸ ਸੌਟ ਆਊਟ ਕੀਤੇ, ਮੈਂ ਜਾਣਨਾ ਚਾਹਾਂਗੀ। ਕੁਝ ਘਟਨਾਵਾਂ ਦਾ ਜ਼ਿਕਰ, ਕੁਝ ਕੇਸਿਸ ਸਾਡੇ ਨਾਲ ਸਾਂਝਾ ਕਰੋ। ਓਬਵੀਅਸਲੀ ਮੈਂ ਨਾਮ ਨਹੀਂ ਲੈ ਸਕਦੀ। ਬਿਲਕੁਲ। ਐਂਡ ਵੀ ਰਿਸਪੈਕਟ ਦੈਟ। ਜੀ। ਸਾਡੇ ਕੋਲ, ਮੇਰੇ ਕੋਲ ਪਰਸਨਲੀ ਜੋ ਕੇਸਿਸ ਆਉਂਦੇ ਸੀਗੇ ਉਹ ਇੱਦਾਂ ਦੇ ਹੁੰਦੇ ਸੀਗੇ ਕਿ ਕੁੜੀ ਵਿਆਹ ਕੇ ਅਸੀਂ ਭੇਜਤੀ ਹੈ ਜੀ, ਉੱਥੇ ਮੁੰਡਾ ਤੰਗ ਕਰ ਰਿਹਾ, ਸਾਨੂੰ ਆਉਣ ਨਹੀਂ ਦੇ ਰਹੇ, ਮਿਲਣ ਨਹੀਂ ਦੇ ਰਹੇ ਹੈ, 7 ਸਮੁੰਦਰ ਪਾਰ ਚਲੀ ਗਈ ਹੈ। ਤਾਂ ਅਸੀਂ ਉੱਥੋਂ ਦੀ ਜਿਹੜੀ, ਜਿਵੇਂ ਕੈਨੇਡਾ ਦੇ ਮੈਕਸਿਮਮ ਸਾਡੇ ਕੋਲ ਇੱਦਾਂ ਦੇ ਕੇਸਿਸ ਆਉਂਦੇ ਸੀਗੇ ਕਿ ਜੀ ਅਸੀਂ ਉਹ ਜੋ ਦੌਰ ਚੱਲਿਆ ਹੋਇਆ ਹੈ ਜੀ, ਇੱਕ ਕੁੜੀ ਕੈਨੇਡਾ ਚਲੀ ਗਈ ਤਾਂ ਸਾਰਾ ਟੱਬਰ ਆ ਜਾਏਗਾ, ਬਟ ਉੱਥੇ ਜਾ ਕੇ ਉਹ ਕਿਸ ਸਟੇਟਸ 'ਚ ਰਹਿ ਰਹੀ ਹੈਗੀ ਹੈ, ਕਿਸ ਉਹਨੂੰ ਕੰਡੀਸ਼ਨ 'ਚ ਰੱਖਿਆ ਜਾ ਰਿਹਾ ਹੈ, ਪੇਰੈਂਟਸ ਨੂੰ ਨਹੀਂ ਪਤਾ ਲੱਗਦਾ। ਸੋ ਉੱਥੇ ਆਈ ਬਿਕੇਮ ਅ ਬ੍ਰਿਜ।
ਜੀ ਕਿ ਕੈਨੇਡਾ ਦੇ ਵਿੱਚ ਕਿਸੇ ਵੀ ਤਰ੍ਹਾਂ ਤੋਂ ਉਸ ਏਰੀਆ ਨੂੰ ਰੈਕਗਨਾਈਜ਼ ਕਰਕੇ ਉਸ ਕੁੜੀ ਨਾਲ ਬਹਾਨੇ ਸਿਰ ਗੱਲ ਕਰਕੇ, ਬੇਸ਼ੱਕ ਉਹ ਗਰੋਸਰੀ ਸਟੋਰ ਗਈ ਹੈ ਜਾਂ ਕਿਤੇ ਬਾਹਰ ਪਾਣੀ ਦੇ ਰਹੀ ਹੈ, ਉਹਨੂੰ ਮਿਲ ਕੇ ਪੇਰੈਂਟਸ ਤੱਕ ਮੈਸੇਜ ਪਹੁੰਚਾ ਕੇ ਔਰ ਪੁੱਛ ਕੇ ਫਿਰ ਉਹ ਲਿੰਕ। ਸੋ ਇੱਕ ਤਰ੍ਹਾਂ ਦਾ ਤਾਂ ਇਹ ਸੀਗਾ। ਫਿਰ ਸਾਡੇ ਕੋਲ ਜੀ ਬੱਚਿਆਂ ਦੇ, ਮੇਰੇ ਕੋਲ ਸਪੈਸ਼ਲੀ ਬਿਕੋਜ਼ ਆਈ ਹੈਵ ਬੀਨ ਅ ਟੀਚਰ, ਕੋਈ ਪਰਟੀਕੁਲਰ ਕੇਸ ਆਪਾਂ ਕੋਈ ਘਟਨਾ ਡਿਸਕਸ ਕਰੀਏ। ਪਰਟੀਕੁਲਰ ਕੇਸ ਜੀ ਦੈਨ ਜਰਮਨੀ ਦਾ ਹੈਗਾ ਜੀ। ਇੱਥੋਂ ਦੇ ਡਿਸਟ੍ਰਿਕਟ ਜੱਜ ਸੀਗੀ ਲੇਡੀ ਜੀ। ਐਂਡ ਉਹਨਾਂ ਦੇ ਬੇਬੀ ਨਹੀਂ ਹੋ ਰਿਹਾ ਸੀਗਾ। ਤਾਂ ਹਸਬੈਂਡ ਨੇ ਵਾਈਫ ਨੂੰ ਬਲੇਮ ਕਰਨਾ ਸ਼ੁਰੂ ਕਰਤਾ ਕਿ ਤੇਰੇ ਕਰਕੇ ਨਹੀਂ ਹੋ ਰਿਹਾ, ਬੀਇੰਗ ਅ ਜੱਜ ਪੋਜੀਸ਼ਨ, ਬਿਕੋਜ਼ ਹੁੰਦਾ ਹੈ ਕਿ ਫੈਮਿਲੀ 'ਚ ਜੇ ਡਿਸਟਰਬੈਂਸ ਆ ਜਾਂਦੀ ਉਹ ਤੁਹਾਡੀ ਜੌਬ ਤੇ ਵੀ ਅਸਰ ਕਰਦੀ ਹੈ। ਬਿਲਕੁਲ। ਉਹਨਾਂ ਨੇ ਬੜੀ ਡਿਗਨਿਟੀ ਨਾਲ ਉਸ ਬੰਦੇ ਦਾ ਸਾਥ ਛੱਡਿਆ ਜੀ। ਔਰ ਆਪਣਾ ਇੱਕ ਵਿਕੇਸ਼ਨ ਤੇ ਚਲੇ ਗਏ। ਜਦੋਂ ਜਰਮਨੀ ਪਹੁੰਚੇ ਉੱਥੇ ਉਹਨਾਂ ਨੂੰ ਕੋਈ ਹਮਸਫਰ ਮਿਲ ਗਿਆ। ਜੀ। ਹਮਸਫਰ ਦੇ ਮਿਲੇ ਤੇ ਉਹਨਾਂ ਨੇ ਉੱਥੇ ਉਹਨਾਂ ਨਾਲ ਵਿਆਹ ਕਰਾਇਆ। ਵਿਆਹ ਕਰਾ ਕੇ, ਕਿਉਂਕਿ PR ਤਾਂ ਸੀ ਨਹੀਂ, ਟੂਰਿਸਟ ਤੇ ਗਏ ਹੋਏ ਸੀਗੇ, ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਇੱਥੇ ਤੁਹਾਨੂੰ ਇੱਕ ਸਟੱਡੀ ਕਰਵਾਉਣੀ ਸ਼ੁਰੂ ਕਰ ਦਿੰਦੇ ਹਾਂ, ਰੈਜ਼ੀਡੈਂਸੀ ਦੇ ਲਈ ਕਰਦੇ ਹਾਂ। ਡਿਊਰਿੰਗ ਦੈਟ ਉਹ ਪ੍ਰੈਗਨੈਂਟ ਹੋ ਗਏ। ਹੁਣ ਉਸ ਬੰਦੇ ਦਾ ਵੀ ਡਿਵੋਰਸ ਇਸੇ ਕਰਕੇ ਹੋਇਆ ਸੀਗਾ ਕਿ ਉਹਨਾਂ ਦੀ ਫਰਸਟ ਵਾਈਫ ਤੇ ਬੇਬੀ ਨਹੀਂ ਸੀਗਾ। ਜੀ। ਸੋ ਉਹਨਾਂ ਨੇ ਕੀ ਕੀਤਾ, ਜਦੋਂ ਬੇਬੀ ਹੋ ਗਿਆ, ਕਿਉਂਕਿ ਮਦਰ ਸੀਗੇ ਉਹ ਹਲੇ ਜਰਮਨ ਸਿਟੀਜ਼ਨ ਨਹੀਂ ਸੀਗੇ, ਤਾਂ ਬੱਚੇ ਨੂੰ ਆਪਣੇ ਕੋਲ ਰੱਖ ਕੇ ਲੇਡੀ ਨੂੰ ਆਊਟ ਕਰਤਾ। ਜਾਂ ਜੇ ਉਹਨਾਂ ਨੂੰ ਕਿਹਾ ਕਿ ਤੁਸੀਂ ਰਹਿਣਾ ਹੈਗਾ ਤਾਂ ਤੁਸੀਂ ਇਹਦੀ ਨੈਨੀ ਬਣ ਕੇ ਰਹੋਗੇ, ਸਾਡਾ ਰੈਸਟੋਰੈਂਟ ਹੈਗਾ ਐਂਡ ਮੋਟੇਲ ਹੈ, ਤੁਸੀਂ ਉਹਦੀ ਕਲੀਨਿੰਗ ਕਰੋਗੇ। ਜੀ। ਸੋ ਇੱਕ ਪੜ੍ਹੇ ਲਿਖੇ ਜੱਜ ਦੇ ਅਹੁਦੇ ਤੇ ਆਈ ਲੇਡੀ ਜਦੋਂ ਕਿਤੇ ਦੂਰ ਜਾਂਦੀ ਆ ਔਰ ਉਸ ਤੇ ਇਹ ਸਾਰਾ ਕੁਝ ਹੁੰਦਾ ਹੈ, ਤਾਂ ਉਹਨਾਂ ਦੀ ਮੈਂਟਲ ਸਟੇਟ ਠੀਕ ਨਹੀਂ ਸੀਗੀ। ਬਿਕੋਜ਼ ਇਹ ਹੁੰਦਾ ਕਿ ਮੈਂ ਇੰਨਾ ਕੁਝ ਪੜ੍ਹਿਆ ਹੋਇਆ, ਮੈਨੂੰ ਇੰਨਾ ਕੁਝ ਪਤਾ ਹੈ, ਤੇ ਮੇਰੇ ਨਾਲ ਦੂਜੀ ਵਾਰ ਜਦੋਂ ਉਹਨਾਂ ਨੇ ਆਪਣੀ ਲਾਈਫ ਨੂੰ ਦੂਜੀ ਵਾਰ ਚਾਂਸ ਦਿੱਤਾ, ਸੋ ਉਸ ਟਾਈਮ ਤੇ ਮੈਕਸਿਮਮ ਇਹ ਹੁੰਦਾ ਕਿ ਵੀ ਹੈਵ ਸੁਸਾਈਡਲ ਕੇਸਿਸ, ਕਿ ਜ਼ਿੰਦਗੀ ਉਰੇ ਖਤਮ ਹੈਗੀ ਹੈ। ਤਾਂ ਉਹਨਾਂ ਦੇ ਰਾਈਟਸ ਨੂੰ ਸਮਝਾਉਣ ਤੋਂ ਪਹਿਲਾਂ ਅਸੀਂ ਉਹਨਾਂ ਨੂੰ ਇੱਕ ਜਿਉਣ ਦੀ ਹਿੰਮਤ ਦਿੰਦੇ ਹਾਂ। ਬਟ ਮਾਈ ਕੁਐਸਚਨ ਇਜ਼ ਹਾਊ ਸ਼ੀ ਕੇਮ ਟੂ ਯੂ। ਉਹਨਾਂ ਦੇ ਇੱਕ ਫੈਮਿਲੀ ਫਰੈਂਡ ਉਰੇ ਰਹਿੰਦੇ ਸੀ ਜੋ ਮੰਮਾ ਦੇ ਬਹੁਤ ਅੱਛੇ ਦੋਸਤ ਸੀਗੇ। ਜੀ। ਤੇ ਉਹਨਾਂ ਨੇ ਫਿਰ ਅਪਰੋਚ ਕੀਤੀ, ਮੰਮਾ ਨੂੰ ਸਮਝਾਇਆ ਕਿ ਜਿਵੇਂ ਹੁੰਦਾ ਨਾ ਕਿ ਮੇਰੀ ਭਤੀਜੀ ਦਾ ਇਹ ਕੇਸ ਚੱਲ ਰਿਹਾ, ਮੈਨੂੰ ਸਮਝ ਨਹੀਂ ਆ ਰਹੀ ਹੈ, ਮੈਂ ਕੀ ਕਰਾਂ। ਉਹਨਾਂ ਨੇ ਦੀਦ ਨਾਲ ਗੱਲ ਕੀਤੀ, ਦੀਦ ਨੇ ਮੈਨੂੰ ਪੁੱਛਿਆ ਕਿ ਤੇਰੇ ਜਰਮਨ 'ਚ ਕੁਛ ਹੈਗੇ ਨੇ, ਸੋ ਉਧਰੋਂ ਲਿੰਕ ਆਊਟ ਕੱਢ ਕੇ ਫਿਰ ਅਸੀਂ ਉਹਨਾਂ ਨਾਲ ਗੱਲ ਕੀਤੀ। ਕੈਰੀਅਰ ਉਹਨਾਂ ਦਾ ਕੀ ਸੀਗਾ ਕਿ ਜਰਮਨ ਲੈਂਗੁਏਜ ਨਹੀਂ ਆਉਂਦੀ, ਇੰਗਲਿਸ਼ 'ਚ ਰੂਲ ਸਮਝ ਨਹੀਂ ਆ ਰਹੇ ਹੈ, ਤਾਂ ਜੇ ਲੜਨਾ ਵੀ ਚਾਹਣ ਤਾਂ ਕਿੱਦਾਂ ਲੜਨ। ਫਿਰ ਉੱਥੇ ਅਗੇਨ ਵੀ ਸ਼ਾਊਟ ਆਊਟ, ਅਸੀਂ ਆ ਸ਼ਾਊਟ ਆਊਟ ਭੇਜਿਆ ਕਿ ਜੀ ਕੋਈ ਵੀ ਬੰਦਾ ਜਿਹੜਾ ਜਰਮਨੀ ਦੇ ਵਿੱਚ ਇਸ ਟਾਈਮ ਸਾਨੂੰ ਸਪੋਰਟ ਕਰ ਸਕਦਾ ਹੈਗਾ ਤਾਂ ਸਾਨੂੰ ਆ ਕੇ ਮਿਲੋ। ਜੀ। ਐਂਡ ਦੈਨ ਵੀ ਹੈਵ ਬਿਨ ਲੱਕੀ ਇਨਫ ਕਿ ਸਾਡੇ ਹਮੇਸ਼ਾ ਹਰ ਕੰਟਰੀ ਦੇ ਵਿੱਚ ਜਿੱਥੇ ਪ੍ਰੋਬਲਮ ਆਉਂਦੀ ਹੈ ਵੋਲੰਟੀਅਰਸ ਆ ਜਾਂਦੇ ਨੇ। ਜੀ ਦੋਸਤੋ, ਪ੍ਰੋਗਰਾਮ ਦੇ ਚੱਲਦਿਆਂ ਤੁਹਾਡੇ ਨਾਲ ਇਹ ਵੀ ਇੱਕ ਜਾਣਕਾਰੀ ਸਾਂਝਾ ਕਰ ਲੈਂਦੇ ਹਾਂ ਕਿ ਸ਼ਮਸ਼ੀਰ ਹੋਰੀ ਖਾਸ ਕਰ ਉਹਨਾਂ ਫੀਮੇਲਸ ਦੇ ਲਈ ਕੰਮ ਕਰਦੇ ਆ ਜਿਹੜੇ ਫੋਰਨ ਲੈਂਡਸ ਉੱਤੇ ਰਹਿ ਰਹੀਆਂ ਨੇ ਔਰ ਉਹਨਾਂ ਦੇ ਹਕੂਕ ਕੀ ਨੇ ਜੇਕਰ ਉਹਨਾਂ ਨਾਲ ਕਿਸੇ ਵੀ ਕਿਸਮ ਦੀ ਜ਼ਿਆਦਤੀ ਹੁੰਦੀ ਹੈ, ਔਰ ਜੇਕਰ ਤੁਸੀਂ ਇਸ ਕਿਸਮ ਦੀ ਜ਼ਿਆਦਤੀ ਦੇ ਸ਼ਿਕਾਰ ਹੋ ਜਾਂ ਕਿਸੇ ਇਸ ਕਿਸਮ ਦੀ ਫੀਮੇਲ ਨੂੰ ਜਾਣਦੇ ਹੋ ਤਾਂ ਸ਼ਮਸ਼ੀਰ ਹੋਰਾਂ ਨਾਲ ਕੰਟੈਕਟ ਜ਼ਰੂਰ ਕਰ ਸਕਦੇ ਹੋ। ਇੱਕ ਹੋਰ ਗੱਲ ਵੀ ਇਹ ਹੈ ਕਿ ਅਸੀਂ ਨਾ ਆਮ ਕਰਕੇ ਪੰਜਾਬੀ ਸਮਾਜ ਦੀ ਗੱਲ ਕਰੀਏ ਤੇ ਹੁਣ ਕਿਤੇ ਕਿਤੇ ਸੁਣਨ ਵਿੱਚ ਆਉਂਦਾ ਵੀ ਤੁਸੀਂ ਧੀਆਂ ਨੂੰ ਵਿਚਾਰੀਆਂ ਨਾ ਕਹੋ, ਤੁਸੀਂ ਹੁਣ ਔਰਤਾਂ ਦੇ, ਹੁਣ ਔਰਤ ਵਿਚਾਰੀ ਨਹੀਂ ਰਹੀ, ਔਰਤ ਆਪਣੇ ਹੱਕਾਂ ਵਾਸਤੇ, ਔਰਤ ਆਪਣੇ ਰਾਈਟਸ ਵਾਸਤੇ ਉਹਨੂੰ ਬਿਹਤਰ ਤਰੀਕੇ ਨਾਲ ਪਤਾ ਹੈ। ਪਰ ਕੀ ਇਹ ਕਥਨ ਸਹੀ ਹੋਏਗਾ? ਕਿਉਂਕਿ ਜੇ ਅਸੀਂ ਬਿਗਨਿੰਗ ਤੋਂ ਸਕੂਲਸ ਵੱਲ ਹੀ ਦੇਖ ਲਈਏ ਔਰ ਤੁਹਾਡੀ ਉਹ ਘਟਨਾ ਜਿਹੜੀ ਆਪਾਂ ਹਾਲ ਹੀ ਡਿਸਕਸ ਕਰ ਰਹੇ ਸੀ ਵੀ ਉਹ ਜਿਸ ਛੋਟੀ ਬੱਚੀ ਨਾਲ ਰੇਪ ਹੋਇਆ ਸੀ 26 ਜਨਵਰੀ ਨੂੰ, ਤਾਂ ਕੀ ਸਕੂਲਸ ਇਸ ਕਿਸਮ ਦੀ ਜ਼ਿੰਮੇਵਾਰੀਆਂ ਨਿਭਾ ਰਹੇ ਨੇ? ਜਿਹੜੀਆਂ ਬੱਚੀਆਂ ਇਮੈਚਿਓਰ ਨੇ, ਉਹਨਾਂ ਦਾ ਲੈਵਲ ਇੰਨਾ ਡਿਵੈਲਪ ਹਲੇ ਨਹੀਂ ਹੋਇਆ, ਸੋ ਉਹਨਾਂ ਵਾਸਤੇ ਸਾਨੂੰ ਕੀ ਕੁਝ ਕਰਨਾ ਚਾਹੀਦਾ? ਫਿਰ ਆਪਾਂ ਵਿਚਾਰੀਆਂ ਨਾ ਕਹੀਏ ਤੇ ਕੀ ਕਹੀਏ? ਇੱਥੇ ਆਈ ਵੁੱਡ ਲਾਈਕ ਟੂ ਕਰੈਕਟ ਯੂ ਹੀਅਰ, ਅਸੀਂ ਜਿਹੜੀ ਕੰਮ ਕਰਦੇ ਹਾਂ ਉਹ ਫੀਮੇਲਸ ਐਜ਼ ਇਨ ਮੈਚੁਰ ਵੈਨ ਦੇ ਹੈਵ ਗਰੋਨ ਅਪ, ਲੇਕਿਨ ਅਸੀਂ ਬੱਚਿਆਂ ਨਾਲ ਕੰਮ ਕਰਦੇ ਹਾਂ ਇਰਰਿਸਪੈਕਟਿਵ ਆਫ देयर ਜੈਂਡਰ। ਜੀ, ਜਿੰਨਾ ਇੱਕ ਬੇਟੀ ਨੂੰ ਸਮਝਾਉਣ ਦੀ ਲੋੜ ਹੈ ਉਨੀ ਹੀ ਇੱਕ ਬੇਟੇ ਨੂੰ ਸਮਝਾਉਣ ਦੀ ਲੋੜ ਹੈਗੀ ਹੈ। ਬਿਕੋਜ਼ ਸ਼ਮਸ਼ੀਰ ਦੇ ਅੰਡਰ ਸਾਡੇ ਕੋਲ ਇਹ ਵੀ ਕੇਸਿਸ ਆਏ ਵੇਅਰ ਮੇਲ ਚਾਈਲਡ ਹੈਜ਼ ਕਮ ਫਾਰਵਰਡ ਐਂਡ ਸੈਡ ਕਿ ਆਈ ਹੈਵ ਬੀਨ ਸੈਕਸ਼ੁਅਲੀ ਅਸੌਲਟਡ, ਆਈ ਹੈਵ ਬੀਨ ਹਰਾਸਡ। ਇਹ ਕੇਸ ਸਾਡਾ ਜੀ UK ਦੇ ਵਿੱਚ ਹੋਇਆ ਹੈਗਾ, ਕੈਨੇਡਾ ਦੇ ਵਿੱਚ ਹੋਇਆ, ਈਵਨ ਕਿ ਇੰਡੀਆ ਦੇ ਹੋਸਟਲਸ ਦੇ ਵਿੱਚ ਹੋਇਆ, ਜਿਹੜੇ ਸਕੂਲ ਦੇ ਵਿੱਚ ਹੋਸਟਲ ਜਾਂਦੇ ਨੇ, ਔਰ ਉਹਨੂੰ ਨਾਮ ਦੇ ਦਿੱਤਾ ਗਿਆ ਸੀ ਬੁਲਿੰਗ।
ਜੋ ਕਿ ਕਹਿੰਦੇ ਕਿ ਜੀ ਸੀਨੀਅਰਸ ਨੇ ਜੂਨੀਅਰਸ ਦੇ ਨਾਲ ਬੁਲੀ ਕੀਤਾ ਜੀ ਇਹ ਕੇਸ ਕੀ ਸੀ ਮੈਂ ਜਾਨਣਾ ਚਾਹਾਂਗੀ। ਜੀ ਇੱਥੇ ਬੋਰਡਿੰਗ ਸਕੂਲ ਦਾ ਕੇਸ ਸੀਗਾ। ਬੱਚਾ ਜਾਂਦਾ ਨਵਾਂ ਬੋਰਡਿੰਗ 'ਚ ਪਿਆ ਸੀਗਾ, ਉਹਦੇ ਵਿੱਚ ਉਹਨੂੰ ਥੋੜੀ ਜਿਹੀ ਤਕਲੀਫਾਂ ਆਈਆਂ ਬਿਕੋਜ਼ ਇੱਥੋਂ ਪੈਂਪਰਡ ਹੋ ਕੇ ਗਏ ਹੁੰਦੇ ਆ ਬੱਚੇ। ਜੀ ਬਿਲਕੁਲ ਠੀਕ ਹੈ, ਪੇਰੈਂਟਸ ਨੂੰ ਲੱਗਦਾ ਕਿ ਹੁਣ ਹਾਇਰ ਸਟੱਡੀਜ਼ ਲਈ ਬੈਟਰ ਫਿਊਚਰ ਲਈ ਬੱਚੇ ਨੂੰ ਪਾ ਦਿੱਤਾ ਜਾਵੇ, ਸੰਭਲ ਗਿਆ 6ਵੀਂ 7ਵੀਂ ਦੇ ਕਲਾਸ ਦਾ ਬੱਚਾ ਹੈਗਾ, ਲੇਕਿਨ ਉੱਥੇ 11ਵੀਂ 12ਵੀਂ ਦੇ ਵੀ ਬੋਰਡਰਸ ਹੁੰਦੇ ਨੇ। 11ਵੀਂ 12ਵੀਂ ਵਾਲੇ ਬੱਚਿਆਂ ਨੇ ਤੰਗ ਕਰਨਾ ਸ਼ੁਰੂ ਕੀਤਾ, ਅੱਛਾ ਤੇਰੇ ਸ਼ੂਜ਼ ਬੜੇ ਅੱਛੇ ਹੈ, ਤੈਨੂੰ ਕੱਪੜੇ ਬੜੇ ਅੱਛੇ ਮਿਲਦੇ ਆ, ਇਹ ਹੈ ਉਹ ਹੈ। ਕਿਸੇ ਤਰ੍ਹਾਂ ਉਹਨੂੰ ਇੱਕ ਸਿਚੁਏਸ਼ਨ 'ਚ ਪਾ ਦਿੱਤਾ ਗਿਆ। ਫਿਰ ਉੱਥੋਂ ਸ਼ੁਰੂ ਹੋਈ ਬਲੈਕਮੇਲਿੰਗ। ਜੀ ਵਾਸ਼ਰੂਮ ਦੇ ਵਿੱਚ ਬੱਚਾ ਸਵੇਰੇ ਨਹਾ ਰਿਹਾ ਸੀਗਾ, ਉਹਦੀ ਫੋਟੋ ਖਿੱਚੀ ਗਈ। ਜੀ ਫਿਰ ਉਹਨੂੰ ਉੱਥੋਂ ਬਲੈਕਮੇਲ ਕੀਤਾ ਗਿਆ ਕਿ ਜੇ ਤੂੰ ਆਪਣੇ ਪੇਰੈਂਟਸ ਤੋਂ ਸਾਡੇ ਲਈ ਇਹ ਚੀਜ਼ਾਂ ਨਹੀਂ ਮੰਗਾਏਗਾ ਤਾਂ ਅਸੀਂ ਇਹ ਅੱਗੇ ਕਲਾਸ 'ਚ ਫਾਰਵਰਡ ਕਰ ਦਾਂਗੇ ਜਾਂ ਅਸੀਂ ਦਿਖਾਵਾਂਗੇ। ਬੱਚੇ ਨੇ ਹੌਲੀ ਹੌਲੀ ਕੀਤਾ। ਪੇਰੈਂਟਸ ਨੇ ਸਗੋਂ ਕਿਹਾ, ਕਹਿੰਦੇ ਤੂੰ ਘਰੇ ਤਾਂ ਸਾਡੇ ਤੋਂ ਚੀਜ਼ਾਂ ਮੰਗਦਾ ਨਹੀਂ ਸੀਗਾ, ਬਾਹਰ ਜਾ ਕੇ ਕਿਵੇਂ ਹੈ। ਫਿਰ ਜਦੋਂ ਉਹ ਛੁੱਟੀਆਂ ਦੇ ਵਿੱਚ ਆਇਆ 1.5 ਮਹੀਨੇ ਬਾਅਦ ਇੱਕ ਹੋਸਟਲ ਦੇ ਬੱਚੇ ਨੂੰ ਛੁੱਟੀ ਮਿਲਦੀ ਹੈ ਕਿ ਇੱਕ ਵਾਰੀ ਘਰ ਚਲੇ ਜਾਓ, ਜੀ ਜੋ ਨਵਾਂ ਬੋਰਡਿੰਗ ਦਾ ਹੁੰਦਾ ਹੈ। ਉਹ ਘਰੇ ਆਇਆ ਤਾਂ ਉਹਦਾ ਬਿਹੇਵੀਅਰ ਡਿਫਰੈਂਟ ਸੀਗਾ, ਚਿੜਚਿੜਾ ਸੀਗਾ, ਹੱਥ ਲਾਏ ਤੇ ਡਰ ਜਾਂਦਾ, ਸਹਿਮ ਜਾਂਦਾ ਸੀਗਾ। ਮਦਰ ਨੇ ਪੁੱਛ-ਗੁੱਛ ਕੀਤੀ ਤਾਂ ਉਹਨੂੰ ਕਹਿੰਦੇ ਕਿ ਮੈਨੂੰ ਜੀ ਮੇਰੇ ਵੱਡੇ ਸੀਨੀਅਰਸ ਤੰਗ ਕਰਦੇ ਨੇ ਜੀ। ਤੋ ਹੁਣ ਤੰਗ ਕਰਨ ਦੇ ਅੰਦਰ ਵੀ ਕਿੰਨਾ ਕੁਛ ਆ ਜਾਂਦਾ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਅਸੀਂ ਗੱਲ ਕਰਾਂਗੇ। ਉਹਨਾਂ ਨੇ ਗੱਲ ਕੀਤੀ ਪ੍ਰਿੰਸੀਪਲ ਨਾਲ। ਜਦੋਂ ਕਿ ਹੋਸਟਲਰ ਵਾਰਡਨ ਨੂੰ ਦੱਸਿਆ ਗਿਆ, ਉਹਨਾਂ ਨੇ ਬੱਚਿਆਂ ਨੂੰ ਥੋੜਾ ਡਾਂਟਿਆ ਪਹਿਚਾਨਿਆ। ਐਂਡ ਦੇ ਵਿੱਚ ਬੱਚੇ ਨੇ ਤਾਂ ਹੋਸਟਲ 'ਚ ਹੀ ਜਾਣਾ ਹੈ। ਉਹਨਾਂ ਨੇ ਫਿਰ ਉਹਨੂੰ ਦੂਜੇ ਤਰੀਕੇ ਨਾਲ ਤੰਗ ਕੀਤਾ ਕਿ ਜੇ ਤੈਨੂੰ ਅਸੀਂ ਚੀਜ਼ਾਂ ਮੰਗਦੇ ਤੂੰ ਜਾ ਕੇ ਗੱਲ ਕਰ ਆਉਣਾ, ਬਟ ਇਫ ਦੇ ਆਰ ਟਰਬਲਿੰਗ ਯੂ ਸੈਕਸ਼ੁਅਲੀ ਤੂੰ ਬਾਹਰ ਕੀ ਗੱਲ ਕਰਕੇ ਆਏਗਾ। ਓ ਯੈਸ। ਤਾਂ ਇਹ ਉਹੀ ਸ਼ਰਮ ਦੇ ਵਿੱਚ ਇਹ ਚੀਜ਼ ਆ ਗਈ। ਬੱਚਾ ਕੀ ਦੱਸੇ ਕਿ ਮੈਨੂੰ ਜਿਹੜੇ ਬੋਰਡਰਸ ਨੇ ਕਿਤੇ ਨੰਗਾ ਖੜਵਾਉਂਦੇ ਨੇ, ਜਾਂ ਮੇਰੇ ਪ੍ਰਾਈਵੇਟ ਪਾਰਟ ਤੇ ਕਮੈਂਟ ਕਰਦੇ ਨੇ, ਜੀ, ਜਾਂ ਮੈਨੂੰ ਉੱਥੋਂ ਟੱਚ ਕਰਦੇ ਨੇ, ਔਰ ਇਹ ਬॉयਜ਼ ਨਾਲ ਕਰ ਰਹੇ ਨੇ। ਜੀ। ਅਗੇਨ 2 ਮਹੀਨੇ ਬਾਅਦ ਜਦੋਂ ਬੱਚਾ ਆਇਆ ਉਹਦਾ ਬਿਹੇਵੀਅਰ ਹੋਰ ਡਿਫਰੈਂਟ ਸੀ। ਜਦੋਂ ਮਾਂ ਨੇ ਗੱਲ ਕੀਤੀ ਫਿਰ ਬੱਚੇ ਨੇ ਰੋ ਕੇ ਦੱਸਿਆ। ਦੈਨ ਆਈ ਵਾਸ ਗਿਵਨ ਅ ਕਾਲ ਕਿ ਹੁਣ ਇਹਨੂੰ ਕਿਸ ਤਰ੍ਹਾਂ ਕਰੀਏ। ਮੈਂ ਕਿਹਾ ਬੁਲਿੰਗ ਤੋਂ ਬਾਹਰ ਆ ਗਿਆ ਜੀ। ਨਾਓ ਇਹ ਲਾਅ ਥੋੜਾ ਜਿਹਾ ਹੋਰ ਟੁੱਟ ਗਿਆ ਕਿਉਂਕਿ ਬੱਚੇ ਹੈਗੇ ਤਾਂ ਅਸੀਂ ਕ੍ਰਾਈਮ ਵਰਗਾ ਵਰਡ ਯੂਜ਼ ਨਹੀਂ ਕਰਦੇ। ਉਹਨਾਂ ਨੇ ਲਾਅ ਸਮਝਿਆ ਨਹੀਂ, ਉਹਨਾਂ ਨੇ ਲਾਅ ਤੋੜਿਆ। ਬਿਲਕੁਲ। ਸੋ ਉਸ ਦੇ ਅੰਡਰ ਫਿਰ ਇਹ ਮੇਲਸ ਦੇ ਨਾਲ ਸੈਕਸ਼ੂਅਲ ਅਸੌਲਟ ਦੇ ਕੇਸਿਸ ਆਉਂਦੇ ਨੇ, ਔਰ ਕੁੜੀਆਂ ਵਿਚਾਰੀਆਂ ਹੀ ਸ਼ੁਰੂ ਤੋਂ ਰੱਖਦੇ ਨੇ। ਜਦੋਂ ਕਿ ਕੁੜੀ ਜੰਮਦੀ ਹੈ ਪੇਰੈਂਟਸ ਨੂੰ ਜਾ ਕੇ ਕਹਿੰਦੇ ਆ ਚਲੋ ਲక్ష్ਮੀ ਹੋ ਗਈ ਜੀ, ਹੈ ਨਾ, ਕੋਈ ਗੱਲ ਨਹੀਂ, ਜਿੱਥੇ ਧੀ ਆਈ ਆਪਣਾ ਕਿਸਮਤ ਲੈ ਕੇ ਆਈ ਹੈ ਜੀ। ਤਾਂ ਜਦੋਂ ਜੰਮਦੀ ਹੈ ਤਦੋਂ ਤੇ ਉਹ ਵਿਚਾਰੀ ਹੋ ਜਾਂਦੀ ਹੈ, ਜਿੰਨਾ ਮਰਜ਼ੀ ਪੜ੍ਹਾ ਲਓ ਲਿਖਾ ਲਓ, ਬਿਲਕੁਲ ਬਿਲਕੁਲ। ਪਰ ਉਹਦੇ ਨਾਲ ਖੜਾ ਹੋਣ ਲਈ ਕੋਈ ਨਾ ਕੋਈ ਚਾਹੀਦਾ ਹੈ। ਠੀਕ ਹੈ ਨਾ ਜੀ। ਜੇ ਆਪਾਂ ਕਿਸੇ ਵੀ ਧਰਮ ਦੀ ਗੱਲ ਕਰੀਏ ਤਾਂ ਸ਼ੇਰਾਂ ਵਾਲੀ ਮਾਤਾ ਦੇ ਨਾਲ ਸ਼ੇਰ ਖੜਾ ਹੈ ਜੀ, ਹੈ ਨਾ ਜੀ। ਵਿਸ਼ਨੂੰ ਜੀ ਨਾਲ ਖੜੇ ਨੇ, ਰਾਮ ਨਾਲ ਖੜੇ ਨੇ, ਖੜੇ ਤਾਂ ਫੀਮੇਲ ਦੇ ਨਾਲ ਹੈ ਨਾ। ਔਰ ਬੇਸ਼ੱਕ ਮੇਲ ਹੋਵੇ ਜਾਂ ਫੀਮੇਲ ਹੋਵੇ, ਉਹਨੂੰ ਹਮੇਸ਼ਾ ਇੱਕ ਸਪੋਰਟ ਦੀ ਜ਼ਰੂਰਤ ਹੁੰਦੀ ਹੈ ਜੀ। ਤੇ ਕਹਿੰਦੇ ਟੂ ਫਾਲ ਬੈਕ ਔਨ। ਬਿਲਕੁਲ। ਤਾਂ ਉਹਦੇ ਲਈ ਹਮੇਸ਼ਾ ਸਾਥੀ ਦੀ ਜ਼ਰੂਰਤ ਹੁੰਦੀ ਹੈਗੀ ਹੈ। ਉਹ ਦੋਸਤ ਹੋ ਸਕਦੇ ਹੋ, ਪੇਰੈਂਟਸ ਹੋ ਸਕਦੇ ਹੋ, ਭੈਣ ਭਰਾ ਹੋ ਸਕਦੇ ਹੋ, ਤੁਹਾਡਾ ਹਮਸਫਰ ਹੋ ਸਕਦਾ ਹੈ। ਜੀ। ਓਵਰਆਲ ਆਵਾਮ ਦੀ ਸਾਈਕੀ ਹੀ ਬਦਲਣ ਦੀ ਲੋੜ ਹੈ, ਕਿਉਂਕਿ ਤੁਹਾਡੇ ਕੋਲ ਕੁਝ ਇਸ ਕਿਸਮ ਦੇ ਕੇਸਿਸ ਵੀ ਆਏ ਨੇ ਜਿੱਥੇ ਮਰਦਾਂ ਨੇ ਇਹ ਕੰਪਲੇਨ ਕੀਤੀ ਹੈ ਵੀ ਔਰਤਾਂ ਆਪਣੇ ਹੱਕਾਂ ਦੀ ਜ਼ਿਆਦਾ ਹੀ ਖੁੱਲ੍ਹ ਕੇ ਵਰਤੋਂ ਕਰ ਰਹੀਆਂ ਨੇ। ਕਿਤੇ ਹੱਕ ਨਹੀਂ ਮਿਲਦੇ, ਕਿਤੇ ਹੱਕਾਂ ਦਾ ਮਿਸਯੂਜ਼ ਵੀ ਕੀਤਾ ਜਾਂਦਾ ਹੈ। ਔਰ ਦੁਨੀਆ ਦੇ ਤਮਾਮ ਗ੍ਰੰਥ ਇਸ ਚੀਜ਼ ਦਾ ਗਵਾਹ ਨੇ ਕਿ ਸਭ ਤੋਂ ਬਿਹਤਰੀਨ ਗ੍ਰੰਥ ਜਿਹੜੇ ਨੇ ਉਹ ਮਰਦਾਂ ਨੇ ਹੀ ਲਿਖੇ ਨੇ। ਮਰਦ ਸਭ ਤੋਂ ਜ਼ਿਆਦਾ ਫਰਸਟ੍ਰੇਟ ਹੋ ਕੇ ਸੁਸਾਈਡ ਕਮਿਟ ਕਰਦੇ ਨੇ, ਅ ਪਾਰਟ ਆਫ ਫੀਮੇਲਸ ਰੋ ਧੋ ਕੇ ਆਪਣਾ ਜਿਹੜਾ ਫਰਸਟ੍ਰੇਸ਼ਨ ਆ ਉਹ ਕੱਢ ਵੀ ਲੈਂਦੀਆਂ ਨੇ ਕਿਤੇ ਨਾ ਕਿਤੇ। ਪਰ ਉਹਨਾਂ ਕੇਸਿਸ ਵਿੱਚ ਕੀ ਜਦੋਂ ਮਰਦਾਂ ਦੇ ਨਾਲ ਵਿਚਾਰਿਆਂ ਨਾਲ ਹੁਣ ਮੈਂ ਕਹਾਂ ਕਿ ਜ਼ਿਆਦਤੀ ਹੋ ਜਾਂਦੀ ਹੈ, ਇਹ ਕਿਤੇ ਨਾ ਕਿਤੇ ਸੱਚ ਹੈ ਜੀ। ਅਗੇਨ ਕੇਸ ਦਾ ਇੱਕ ਵਰਣਨ ਦਿੰਦੇ ਹੋਏ, ਲੰਡਨ ਦੇ ਵਿੱਚ ਇੱਕ ਕੇਸ ਆਇਆ ਸੀਗਾ। ਪੂਰੀ ਫੈਮਿਲੀ ਦੇ ਵਿੱਚੋਂ ਦੇ ਇੱਕ ਬੱਚੇ ਨੇ 12ਵੀਂ ਕੀਤੀ ਔਰ ਉਹਨੂੰ ਕਿਹਾ ਕਿ ਤੁਸੀਂ ਹੁਣ ਜਾ ਕੇ ਬਾਹਰ ਸੈਟਲ ਹੋ ਜਾਓ। ਲੰਡਨ PR ਇੰਨੀ ਛੇਤੀ ਨਹੀਂ ਦਿੰਦਾ। ਕੁੜੀ ਨਾਲ ਵਿਆਹ ਕਰਾਇਆ ਗਿਆ। ਕੁੜੀ ਨੇ ਕਲੀਅਰਲੀ ਦੱਸਤਾ ਕਿ ਮੈਂ ਤੇਰਾ ਕੁਛ ਨਹੀਂ ਕਰਨਾ, ਕਮਾਏਂਗਾ ਵੀ ਤੂੰ, ਖਵਾਏਂਗਾ ਵੀ ਤੂੰ, ਘਰ ਦੀ ਦੇਖਭਾਲ ਵੀ ਤੂੰ ਕਰੇਂਗਾ, ਸਾਰਾ ਕੁਛ ਤੂੰ ਕਰੇਂਗਾ। ਉਹ ਮੁੰਡੇ ਨੇ ਖੈਰ ਵਿਚਾਰੇ ਮੁੰਡੇ ਨੇ ਸਾਰਾ ਕੁਝ ਕਰਾ ਕੇ 2-3 ਸਾਲ ਕੱਟ ਲਏ। ਜਦੋਂ ਉਹਦੇ ਪੇਪਰਸ ਪੱਕੇ ਹੋਣੇ ਸ਼ੁਰੂ ਹੋਏ, ਟੈਂਪਰੇਰੀ ਰੈਜ਼ੀਡੈਂਸੀ ਉਹਨੂੰ ਮਿਲਣੀ ਸ਼ੁਰੂ ਹੋਈ, ਤਦੋਂ ਲੇਡੀ ਨੇ ਬੇਬੀ ਕਨਸੀਵ ਕਰ ਲਿਆ ਜੀ। ਔਰ ਉਸ ਤੋਂ ਬਾਅਦ ਉਹਦੇ ਤੇ ਮੈਂਟਲ ਪ੍ਰੈਸ਼ਰ ਸ਼ੁਰੂ ਹੋ ਗਿਆ ਕਿ ਜੇ ਤੂੰ ਮੈਨੂੰ ਛੱਡ ਕੇ ਗਿਆ ਕਿ ਇਹ ਬੇਬੀ ਤਾਂ ਇੱਥੇ ਦਾ ਹੀ ਸਿਟੀਜ਼ਨ ਹੈ ਤਾਂ ਤੂੰ ਜੇਲ੍ਹ ਵੀ ਜਾਏਗਾ, ਮੈਨੂੰ ਐਲੂਮਨੀ ਵੀ ਪੇ ਕਰੇਗਾ, ਮੇਰੇ ਤੇ ਸਾਰਾ ਤੇਰੇ ਤੇ ਨਾਲੇ ਹੋਰ ਓਫੈਂਸ ਵੀ ਪੈਣਗੇ। ਚੁੱਪ ਕਰਕੇ ਜਿਹੜਾ ਗਧਾ ਬਣਿਆ ਹੋਇਆ ਤੂੰ ਬਣਿਆ ਰਹਿ।
ਹੁਣ ਕਿਉਂਕਿ ਉਸ ਲੇਡੀ ਨੂੰ ਆਪਣੇ ਹੱਕ ਜ਼ਿਆਦਾ ਪਤਾ ਸੀਗੇ ਤਾਂ ਇਸ ਕਰਕੇ ਉਹਨੇ ਮਿਸਯੂਜ਼ ਕੀਤਾ ਜੀ ਉਰੇ ਵੀ ਗਵਰਨਮੈਂਟ ਨੇ ਸਾਨੂੰ ਬਹੁਤ ਸਾਰੇ ਨਵੇਂ ਆਰਟੀਕਲਸ ਦਿੱਤੇ ਹੈ, ਸੈਕਸ਼ਨਸ ਦਿੱਤੇ ਹੈ ਜਿੱਥੇ ਵਿਮਨ ਪ੍ਰੋਟੈਕਟਡ ਫੀਲ ਕਰੇ। ਲੇਕਿਨ ਜੇ ਮੈਂ ਕਵਾਂ ਦਿਨ ਦੇ ਮੇਰੇ 10 ਕੇਸਾਂ ਦੇ ਵਿੱਚੋਂ 2 ਕੇਸ ਹਮੇਸ਼ਾ ਇਦਾਂ ਦੇ ਹੁੰਦੇ ਹੀ ਹੁੰਦੇ ਆ ਜਿੱਥੇ ਦੇ ਆਰ ਮਿਸਯੂਜ਼ਿੰਗ ਦੈਟ ਜੀ ਬਟ ਉਹ ਲੇਡੀਜ਼ ਇਹ ਭੁੱਲ ਜਾਂਦੀਆਂ ਕਿ ਤੁਸੀਂ ਆਪਣੀ, ਮੈਂ ਈਗੋ ਕਹੂੰਗੀ ਉਸ ਜੀ। ਟਾਈਮ ਤੇ, ਕਿਉਂਕਿ ਸੈਲਫ ਰਿਸਪੈਕਟ ਤੇ ਈਗੋ ਦੇ ਵਿੱਚ ਵੀ ਇੱਕ ਲਾਈਨ ਆਉਂਦੀ ਹੈ। ਬਿਲਕੁਲ। ਈਗੋ ਦੇ ਵਿੱਚ ਜਿਹੜੀਆਂ 8 ਹੋਰ ਪੀੜਤਾਂ ਨੇ ਤੁਸੀਂ ਉਹਨਾਂ ਦਾ ਵੀ ਹੱਕ ਕਿਤੇ ਨਾ ਕਿਤੇ ਗਵਾ ਰਹੇ ਹੋ ਬਿਲਕੁਲ ਸਿਰਫ ਆਪਣੀ ਉਸ ਚੀਜ਼ ਲਈ। ਮੇਲਸ ਹੈਗੇ ਨੇ ਬਟ ਬਿਕੋਜ਼ ਹੁਣ ਸੋਸ਼ਲ ਮੀਡੀਆ ਦੇ ਰਾਹੀਂ ਹੁਣ ਕਿਉਂਕਿ ਔਰਤ ਬੋਲਣ ਲੱਗ ਗਈ ਹੈ ਤਾਂ ਮਰਦਾਂ ਨੂੰ ਇਹ ਲੱਗਣਾ ਸ਼ੁਰੂ ਹੋ ਗਿਆ ਕਿ ਕਿਸੇ ਦੀ ਆਵਾਜ਼ ਉੱਚੀ ਹੋਣੀ ਸ਼ੁਰੂ ਹੋ ਗਈ ਹੈ ਤਾਂ ਅਸੀਂ ਵਿਚਾਰੇ ਹੋ ਗਏ ਜੀ। ਉਹ ਜਦ ਤੱਕ ਪਲੜਾ ਬਰਾਬਰ ਨਹੀਂ ਰਹੇਗਾ ਤਾਂ ਕਿਸੇ ਨਾ ਕਿਸੇ ਨੂੰ ਇਹ ਲੱਗਦਾ ਹੀ ਰਹੇਗਾ ਕਿ ਅਸੀਂ ਵਿਚਾਰੇ ਹਾਂ। ਜੀ 26 ਜਨਵਰੀ ਵਾਲੀ ਗੱਲ ਉਹ ਫਿਰ ਵਿੱਚ ਰਹਿ ਗਈ, ਜਿਸ ਤੋਂ ਬਾਅਦ ਉਹ ਮੈਂ ਚਾਹਾਂਗੀ ਥੋੜੀ ਜਿਹੀ ਘਟਨਾ ਦਾ ਜ਼ਿਕਰ ਕਰਕੇ ਉਸ ਤੋਂ ਬਾਅਦ ਉਹ ਜਿਹੜੀ ਕੰਪੇਨ ਤੁਸੀਂ ਇੱਥੇ ਟਰਾਈ ਸਿਟੀ ਦੇ ਵਿੱਚ ਚਲਾਈ ਜਿੱਥੇ ਸਾਰੇ ਲੋਕਾਂ ਨੂੰ, ਸਾਰੇ ਬੱਚਿਆਂ ਨੂੰ ਐਜੂਕੇਟ ਕੀਤਾ ਤੇ ਉਸ ਦੌਰਾਨ ਤੁਹਾਡੇ ਨਾਲ ਕਿੰਨਾ ਬੱਚਿਆਂ ਨੇ ਕੀ ਕੁਝ ਸ਼ੇਅਰ ਕੀਤਾ, ਆਪਾਂ ਇਹ ਗੱਲ ਕਰੀਏ। ਅਸੀਂ ਆਸਟ੍ਰੇਲੀਆ ਦੇ ਵਿੱਚ ਅਵੇਅਰਨੈਸ ਕੈਂਪ ਸ਼ੁਰੂ ਕਰ ਰਹੇ ਸੀਗੇ। ਸ਼ਮਸ਼ੀਰ ਐਜ਼ ਅ ਹਿਊਮਨ ਰਾਈਟ ਸ਼ੁਰੂ ਹੋਈ ਸੀਗੀ, ਫਿਰ ਉਹ ਆਰਗੇਨਾਈਜੇਸ਼ਨ ਬਣ ਗਈ, ਹੁਣ ਫਾਊਂਡੇਸ਼ਨ ਹੈਗੀ ਹੈ। ਸੋ ਡਿਫਰੈਂਸ ਇਹ ਹੈਗਾ ਕਿ ਪਹਿਲਾਂ ਅਸੀਂ ਕੇਸ ਹੱਕਾਂ ਲਈ ਖੜਦੇ ਸੀ, ਫਿਰ ਅਸੀਂ ਲੜਨਾ ਸ਼ੁਰੂ ਕੀਤਾ। ਦੈਨ ਵੀ ਕੇਮ ਟੂ ਅ ਨੌਲੇਜ ਕਿ ਤੁਸੀਂ ਪੜ੍ਹਾਉਣਾ ਸ਼ੁਰੂ ਕਰ ਦਿਓ ਕਿ ਉਸ ਲੈਵਲ ਤੱਕ ਗੱਲ ਪਹੁੰਚੀ ਨਾ, ਹੈ ਨਾ, ਕਿਉਂ ਵੇਟ ਕਰਨੀ ਹੈ ਕਿ ਹੁਣ ਗੱਲ ਵਿਗੜ ਗਈ ਜੀ, ਗੱਲ ਸਾਂਭਣ ਤੱਕ ਆਪਾਂ ਰੱਖੀਏ। ਸੋ ਉਹਦੇ ਵਿੱਚ ਅਸੀਂ ਵਰਕਸ਼ਾਪਸ ਕੰਡਕਟ ਕਰ ਰਹੇ ਸੀਗੇ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ। ਆਲਰੇਡੀ ਡਾਰਕ ਕੈਂਪੇਨ ਕਰਕੇ ਸੀਗਾ। ਮੈਂ ਵਾਪਸ ਆ ਕੇ ਆਪਣੇ ਇੱਥੇ ਦੇ SSP ਚਾਹਲ ਸੀਗੇ ਮੋਹਾਲੀ ਦੇ, ਉਹਨਾਂ ਨਾਲ ਗੱਲ ਕੀਤੀ ਕਿ ਸਾਨੂੰ ਸਕੂਲਾਂ ਦੇ ਵਿੱਚ ਬੱਚਿਆਂ ਦੇ ਨਾਲ ਜਾ ਕੇ ਗੱਲ ਕਰਨੀ ਚਾਹੀਦੀ ਹੈਗੀ ਹੈ। ਤਦੋਂ ਮੇਰੇ ਸਾਹਮਣੇ ਡੇਟਾ ਰੱਖਿਆ ਗਿਆ ਕਿ ਬੱਚਿਆਂ ਦੇ ਅਗੇਂਸਟ ਕ੍ਰਾਈਮ ਨਹੀਂ ਹੈਗਾ ਬਟ ਅਸੀਂ ਸਾਂਝ ਕੇਂਦਰ ਖੋਲ੍ਹਿਆ ਹੈਗਾ ਜਿੱਥੇ ਅਸੀਂ ਵਿਮਨ ਹੈਲਪਲਾਈਨ ਸ਼ੁਰੂ ਕਰਨਾ ਚਾਹੁੰਦੇ ਹਾਂ ਤੇ ਆਪਾਂ ਹਫਤੇ ਤੱਕ ਮਿਲਦੇ ਹਾਂ ਤੇ ਉਸ ਦਾ ਉਹਦੇ ਉੱਤੇ ਗੱਲ ਕਰਾਂਗੇ। ਮੈਂ ਕਿਹਾ ਠੀਕ ਹੈ ਜੀ। ਚੰਡੀਗੜ੍ਹ 'ਚ ਨੌਨਿਹਾਲ ਸਾਹਿਬ ਸੀਗੇ, ਮੈਂ ਉਹਨਾਂ ਨੂੰ ਵੀ ਅਪਰੋਚ ਕੀਤੀ। ਉਹਨਾਂ ਨੇ ਵੀ ਕਿਹਾ ਕਿ ਰਾਜੇ ਹਜੇ ਨਾ, ਕਿਉਂਕਿ 26 ਜਨਵਰੀ ਆ ਰਹੀ ਸੀਗੀ ਕਿ ਸਾਰੇ ਪੁਲਿਸ ਪ੍ਰਸ਼ਾਸਨ ਲੱਗੀ ਹੋਈ ਹੈ, ਬਿਜ਼ੀ ਹੈਗੇ ਆ, ਹਫਤੇ ਤੱਕ ਆ ਜਿਓ। ਦੋਨਾਂ ਨੇ ਬਹੁਤ ਪਿਆਰ ਨਾਲ ਡੀਲ ਕੀਤਾ ਔਰ ਮੈਨੂੰ ਟਾਈਮ ਦਿੱਤਾ। ਲੇਕਿਨ 26 ਜਨਵਰੀ ਦੇ ਵਿੱਚ ਕਿਉਂਕਿ ਸਕੂਲ ਬੰਦ ਹੁੰਦੇ ਨੇ, ਆਫਿਸਿਸ ਬੰਦ ਹੁੰਦੇ ਨੇ, ਸੜਕਾਂ ਖਾਲੀ ਹੁੰਦੀਆਂ ਨੇ। ਗਵਰਨਮੈਂਟ ਸਕੂਲ ਦਾ ਇੱਕ ਬੱਚਾ ਵਾਪਸ ਆ ਰਿਹਾ ਸੀਗਾ ਔਰ ਟ੍ਰੈਫਿਕ ਪਾਰਕ ਜਿਹੜਾ ਹੈਗਾ ਚੰਡੀਗੜ੍ਹ ਦਾ, ਉਹਦੇ ਵਿੱਚ ਉਹਦੇ ਨਾਲ ਇੱਕ ਘਟਨਾ ਵਾਪਰੀ। ਸ਼ੀ ਵਾਜ਼ ਰੇਪਡ, ਸ਼ੀ ਵਾਜ਼ ਅ ਮਾਈਨਰ। ਜਦੋਂ ਉਹ ਘਰੇ ਗਈ, ਪੇਰੈਂਟਸ ਨੇ ਉਹਦੀ ਹਾਲਤ ਦੇਖੀ, ਉਹਨਾਂ ਨੇ ਸਕੂਲ ਨੂੰ ਕਿਹਾ। ਸਕੂਲ ਨੇ ਉੱਥੇ ਪੱਲਾ ਝਾੜ ਲਿਆ ਸੀਗਾ ਇਹ ਕਹਿ ਕੇ ਕਿ ਜੀ ਸਕੂਲ ਦੇ ਬਾਹਰ ਦੀ ਗੱਲ ਹੈ ਜੀ, ਕਿ ਇਹ ਚੀਜ਼ ਸਾਡੇ ਤਾਂ ਸਕੂਲ 'ਚ ਨਹੀਂ ਹੋਈ, ਬਾਹਰ ਹੋਈ ਹੈ ਤਾਂ ਸਾਡੀ ਰਿਸਪੌਂਸਿਬਿਲਿਟੀ ਨਹੀਂ ਬਣਦੀ। ਪਰ ਸਵਾਲ ਉੱਥੇ ਇਹ ਸ਼ੁਰੂ ਹੁੰਦਾ ਕਿ ਜਦੋਂ ਤੁਸੀਂ ਬੱਚੇ ਨੂੰ ਸਕੂਲ ਬੁਲਾ ਰਹੇ ਹੋ, ਜਦ ਤੱਕ ਉਹ ਘਰ ਨਹੀਂ ਜਾਂਦਾ ਔਰ ਸਪੈਸ਼ਲੀ ਸਪੈਸ਼ਲ ਡੇਜ਼ ਤੇ ਆਫ ਡੇਜ਼ ਤੇ ਬੁਲਾ ਰਹੇ ਹੋ ਤਾਂ ਰਿਸਪੌਂਸਿਬਿਲਿਟੀ ਤੁਹਾਡੀ ਹੈ। ਬਿਲਕੁਲ। ਜਿੰਨੀ ਦੇਰ ਬੱਚਾ ਸਕੂਲ ਯੂਨੀਫਾਰਮ ਦੇ ਵਿੱਚ ਹੈਗਾ ਤਾਂ ਉਹ ਤੁਹਾਡੀ ਰਿਸਪੌਂਸਿਬਿਲਿਟੀ ਹੈ। ਪੇਰੈਂਟਸ ਨੇ ਵਿਸ਼ਵਾਸ ਨਾਲ ਭੇਜਿਆ। ਜਦੋਂ ਉਹ ਕੇਸ ਹੋਇਆ ਤਦੋਂ ਮੈਨੂੰ ਯਾਦ ਹੈ ਉੱਥੇ DSP ਅਮਰੋਜ਼ ਸੀਗੇ, ਇੱਥੇ DSP ਹੈੱਡਕੁਆਰਟਰਸ ਮੋਹਾਲੀ ਦੇ ਵਿੱਚ। ਉਹ ਸਾਂਝ ਕੇਂਦਰ ਦੇ ਹੈੱਡ ਸੀਗੇ। ਉਹਨਾਂ ਨੇ ਅਪਰੋਚ ਕੀਤੀ ਕਿਉਂਕਿ ਉਹਨਾਂ ਨਾਲ ਵੀ ਗੱਲ ਹੋਈ ਸੀਗੀ ਕਿ ਚਲੋ ਲੈਟਸ ਸਟਾਰਟ ਦਿਸ ਥਿੰਗ ਐਂਡ ਦੈਨ ਦ ਚੈਪਟਰ ਬਿਗਨ। ਫਿਰ SSP ਸਾਹਿਬ ਦੇ ਸਹਿਯੋਗ ਨਾਲ ਸਾਰੇ ਮੋਹਾਲੀ ਡਿਸਟ੍ਰਿਕਟ ਦੇ ਵਿੱਚ ਜਿੰਨੇ ਵੀ ਸਕੂਲ ਹੈ, ਬੇਸ਼ੱਕ ਉਹ ਪ੍ਰਾਇਮਰੀ ਸੀਗੇ, ਸੈਕੰਡਰੀ ਸੀਗੇ, ਹਾਇਰ ਐਜੂਕੇਸ਼ਨ ਦੇ ਸਾਰੇ ਸਕੂਲਾਂ ਦੇ ਵਿੱਚ ਅਸੀਂ ਅਵੇਅਰਨੈਸ ਕੈਂਪੇਨ ਕੀਤੀ ਜਿੱਥੇ ਬੱਚਿਆਂ ਨੂੰ ਤੇ ਟੀਚਰਸ ਨੂੰ ਜਾ ਕੇ ਡਿਫਰੈਂਟ ਪ੍ਰੀਵਿਊਜ਼ ਦੇ ਵਿੱਚ ਉਹਨਾਂ ਨੂੰ ਸਮਝਾਇਆ ਗਿਆ ਸੈਕਸ਼ੂਅਲ ਅਸੌਲਟ ਕੀ ਹੁੰਦਾ ਹੈ, ਗੁੱਡ ਟੱਚ ਬੈਡ ਟੱਚ ਕੀ ਹੁੰਦਾ, ਕਿਉਂਕਿ ਕਿੰਡਰਗਾਰਟਨ ਦੇ ਬੱਚੇ ਉਹਨਾਂ ਨਾਲ ਤੁਸੀਂ ਸਟਰੋਂਗ ਲੈਂਗੁਏਜ ਨਹੀਂ ਯੂਜ਼ ਕਰ ਸਕਦੇ। ਬੁਲਿੰਗ ਕੀ ਹੁੰਦੀ ਹੈ, ਪੀਅਰ ਪ੍ਰੈਸ਼ਰ ਕੀ ਹੁੰਦਾ ਹੈ, ਸੁਸਾਈਡ ਰਿਜ਼ਲਟ ਨੂੰ ਦੇਖ ਕੇ ਬੱਚੇ ਸੁਸਾਈਡ ਉਸ ਟਾਈਮ ਤੇ ਬਹੁਤ ਜ਼ਿਆਦਾ ਕਰ ਰਹੇ ਸੀ, ਪਰਸੈਂਟੇਜ ਘੱਟ ਆਈ ਹੈਗੀ ਹੈ। ਅਪਾਰਟ ਫਰੋਮ ਦੈਟ ਡਰੱਗ ਅਬਿਊਜ਼ ਦੇ। ਸੋ ਬਹੁਤ ਸਾਰੇ ਸੋਸ਼ਲ ਜਿਹੜੇ ਸਟਿਗਮਾਸ ਨੇ ਜਾਂ ਸੋਸ਼ਲ ਈਵਲਸ ਨੇ ਉਹ ਬੱਚਿਆਂ ਨੂੰ ਸਮਝਾਏ। ਉੱਥੇ ਸਾਨੂੰ ਦਿੱਕਤ ਜੇ ਮੈਂ ਕਹਾਂ ਪ੍ਰਸ਼ਾਸਨ ਵੱਲੋਂ ਨਹੀਂ ਆਈ। ਪੁਲਿਸ ਵਾਜ਼ ਵੈਰੀ ਸਪੋਰਟਿਵ। ਚੰਡੀਗੜ੍ਹ ਦੇ ਵਿੱਚ ਵੀ ਇਹ ਕੰਪੇਨ ਕੀਤਾ ਗਿਆ। ਪੇਰੈਂਟਸ ਵੱਲੋਂ ਨਹੀਂ ਆਈ ਕਿ ਜੀ ਸਾਡੇ ਬੱਚਿਆਂ ਨਾਲ ਤੁਸੀਂ ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ, ਕਿਉਂਕਿ ਬੱਚਾ ਘਰ ਜਾ ਕੇ ਗੱਲ ਕਰੇਗਾ। ਬਟ ਸਗੋਂ ਸਾਨੂੰ ਪਿੰਡਾਂ ਤੋਂ ਮੈਨੂੰ ਕਾਲਸ ਆਉਂਦੀਆਂ ਸੀਗੀਆਂ ਜਾਂ ਜਦੋਂ ਅਸੀਂ ਦੂਜੇ ਪਿੰਡ 'ਚ ਜਾਂਦੇ ਸੀਗੇ ਪੇਰੈਂਟਸ ਮਿਲਦੇ ਸੀਗੇ ਕਿ ਅਸੀਂ ਇਹ ਬੱਚਿਆਂ ਨਾਲ ਗੱਲਾਂ ਕਰ ਹੀ ਨਹੀਂ ਸਕੇ ਕਿਉਂਕਿ ਸ਼ਰਮ ਹੈਗੀ, ਇੱਕ ਝਾਕਾ ਹੁੰਦਾ, ਇੱਕ ਲਾਈਨ ਹੁੰਦੀ ਹੈ ਕਿ ਬਟ ਥੈਂਕ ਯੂ ਕਿ ਤੁਸੀਂ ਸਾਡੇ ਬੱਚਿਆਂ ਨੂੰ ਇਹ ਗੱਲ ਸਮਝਾਈ ਔਰ ਤੁਹਾਡੇ ਨਾਲ ਉਹ ਖੁੱਲ੍ਹ ਕੇ ਗੱਲ ਕੀਤੇ। ਸਾਨੂੰ ਪ੍ਰੋਬਲਮ ਫੇਸ ਹੋਈ ਟੀਚਰਸ ਤੋਂ। ਰੀਅਲੀ
ਟੀਚਰਸ ਨੇ ਆ ਕੇ ਸਾਨੂੰ ਇਹ ਗੱਲ ਕਹੀ ਕਿ ਮੈਡਮ ਤੁਸੀਂ ਆਪ ਬੋਲ ਕੇ ਤਾਂ ਚਲੇ ਜਾਂਦੇ ਹੋ, ਸਵਾਲ ਇਹਨਾਂ ਨੇ ਸਾਨੂੰ ਪੁੱਛਣਾ, ਸਾਨੂੰ ਤਾਂ ਸਮਝ ਹੀ ਨਹੀਂ ਆਉਣੀ, ਇਹਨਾਂ ਨੂੰ ਕਿਵੇਂ ਸਮਝਾਈਏ ਕਿ ਸਾਨੂੰ ਤਾਂ ਸ਼ਰਮ ਆਉਂਦੀ ਹੈ। ਹੈਲਪਲਾਈਨ ਨੰਬਰਸ ਦਿੱਤੇ ਗਏ ਸੀਗੇ ਪੁਲਿਸ ਵੱਲੋਂ ਜੀ, ਉੱਥੇ ਕਾਲਸ ਆਉਂਦੀਆਂ ਸੀਗੀਆਂ ਜਿੱਥੇ ਕਿ ਬੱਚੇ ਕੇਸਿਸ ਦੱਸਦੇ ਸੀਗੇ। ਉਹਦੇ ਵਿੱਚ ਡੋਮੈਸਟਿਕ ਵਾਇਲੈਂਸ ਦੇ ਉਹਨਾਂ ਨੇ ਕੇਸ ਦੱਸੇ। ਜਦੋਂ ਉਹਨਾਂ ਨੂੰ ਵੂਮਨ ਹੈਲਪਲਾਈਨ ਬਾਰੇ ਦੱਸਿਆ ਕਿ ਜੇ ਤੁਹਾਡੀ ਮਦਰ ਨਾਲ ਕੁਝ ਹੋ ਰਿਹਾ ਹੈ ਜੀ ਤਾਂ ਤੁਸੀਂ ਇਸ 'ਤੇ ਫੋਨ ਕਰਕੇ ਉਹਨਾਂ ਨੂੰ ਕਰਾ ਸਕਦੇ ਹੋ। ਇੱਕ ਪੁਲਿਸ ਦੀ ਨਾ ਵਰਦੀ ਦਾ ਡਰ ਹੁੰਦਾ ਹੈ, ਬੇਸ਼ੱਕ ਕੰਪਲੇਂਟ ਨਾ ਕੀਤੀ ਜਾਵੇ, ਪਰ ਜਦੋਂ ਇੱਕ ਕਾਲ 'ਤੇ ਆ ਜਾਂਦੀ ਹੈ ਪੁਲਿਸ, ਤਦੋਂ ਜਿਹੜੇ ਹਸਬੈਂਡ ਹੁੰਦੇ ਉਹ ਵੀ ਸਟਲ ਹੋ ਜਾਂਦੇ ਆ ਕਿ ਇਹਨੇ ਤਾਂ ਪੁਲਿਸ ਬੁਲਾ ਰਹੀ ਹੈ, ਔਰ ਵਿਮਨ ਨੂੰ ਥੋੜਾ ਕੌਨਫੀਡੈਂਸ ਆ ਜਾਂਦਾ, ਬੂਸਟ ਆਫ ਕੌਨਫੀਡੈਂਸ ਕਿ ਮੇਰੇ ਲਈ ਕੋਈ ਆਇਆ, ਮੇਰੀ ਕਿਸੇ ਨੇ ਹਾਰਡ ਪੁਕਾੜ ਸੁਣੀ। ਬੱਚਿਆਂ ਨੇ ਆਪਣੀਆਂ ਹੋਰ ਗੱਲਾਂ ਇਹ ਵੀ ਦੱਸੀਆਂ ਕਿ ਜੋ ਕਿ ਉਹਨਾਂ ਦੇ ਰਿਲੇਟਿਵਸ ਤੋਂ ਉਹਨਾਂ ਨੂੰ ਫੀਲ ਕੀਤਾ ਜਾ ਰਿਹਾ ਸੀਗਾ, ਜੀ ਮੈਨੂੰ ਠੀਕ ਨਹੀਂ ਲੱਗਦਾ ਕਿ ਮੇਰੇ ਚਾਚਾ ਜੀ ਮੈਨੂੰ ਐਦਾਂ ਦੇਖਦੇ ਨੇ, ਜਾਂ ਮੈਨੂੰ ਫੀਲ ਨਹੀਂ ਠੀਕ ਹੁੰਦਾ ਕਿ ਮੈਨੂੰ ਮਾਮਾ ਜੀ ਬਾਈਕ ਤੇ ਬਿਠਾ ਕੇ ਲੈ ਕੇ ਜਾਂਦੇ ਨੇ ਤੇ ਮੈਂ ਪਿੱਛੇ ਜੇ ਬਹਿਣਾ ਚਾਹੁੰਦੀ ਹਾਂ ਤਾਂ ਮੈਨੂੰ ਅੱਗੇ ਬੈਠਣ ਨੂੰ ਕਹਿੰਦੇ ਨੇ। ਸੋ ਐਦਾਂ ਦੇ ਕੇਸਿਸ ਆਏ ਤਾਂ ਫਿਰ ਬੜੇ ਤਰੀਕੇ ਨਾਲ ਉਹਨਾਂ ਦੇ ਪੇਰੈਂਟਸ ਨੂੰ ਇਹ ਗੱਲ ਸਮਝਾਣੀ ਔਰ ਉਹਨਾਂ ਨਾਲ ਗੱਲ ਕਰਨਾ ਵੀ ਇੱਕ ਸਾਡੀ ਫਾਈਟ ਸੀਗੀ। ਇੰਡੀਅਨ ਕ੍ਰਾਈਮ ਬਿਊਰੋ ਦੀ ਰਿਪੋਰਟ ਮੁਤਾਬਿਕ ਵੀ ਜਿਹੜੇ 95% ਸੈਕਸ਼ੂਅਲ ਅਬਿਊਜ਼ਸ ਦੇ ਕੇਸਿਸ ਹੁੰਦੇ ਆ, ਉਹਦੇ ਵਿੱਚ ਮਤਲਬ 95% ਜਿਹੜੇ ਉਹ ਰਿਲੇਟਿਵਸ ਹੀ ਜ਼ਿੰਮੇਵਾਰ ਨੇ ਕਿਤੇ ਨਾ ਕਿਤੇ। ਅੱਛਾ ਸ਼ਮਸ਼ੀਰ ਜੀ, ਆਪਾਂ ਹੁਣ ਪ੍ਰੋਗਰਾਮ ਨੂੰ ਖਤਮ ਕਰੀਏ ਔਰ ਜਾਂਦੇ ਜਾਂਦੇ ਮੈਂ ਮੇਲ ਔਰ ਫੀਮੇਲ ਯਾਨੀ ਕਿ ਜੈਂਡਰ ਕੈਟਾਗਰੀਜ਼ ਜਿਹੜੀਆਂ ਨੇ ਇਹਨਾਂ ਖਾਨਿਆਂ ਚੋਂ ਨਿਕਲ ਕੇ, ਇਹਨਾਂ ਫਰੇਮਸ ਚੋਂ ਨਿਕਲ ਕੇ ਚਾਹੂੰਗੀ ਵੀ ਤੁਸੀਂ ਜੋ ਕੁਝ ਅਬਜ਼ਰਵ ਕਰਦੇ ਹੋ ਤਾਂ ਸਾਈਕੀ ਕੀ ਹੈ ਓਵਰਆਲ ਲੋਕਾਂ ਦੀ, ਤੇ ਸਾਨੂੰ ਕਿਸ ਚੀਜ਼ 'ਤੇ ਖਾਸ ਕਰਕੇ ਧਿਆਨ ਕਰਨਾ ਚਾਹੀਦਾ। ਜੇ ਮੇਲਸ ਵੀ ਨੇ ਤੇ ਉਹ ਆਪਣੇ ਆਪ ਨੂੰ ਕਿਵੇਂ ਟ੍ਰੇਨ ਕਰਨ, ਜਾਂ ਉਹਨਾਂ ਦੀ ਨਰਿਸ਼ਮੈਂਟ ਜਿਹੜੀ ਹੈ, ਕੰਡੀਸ਼ਨਿੰਗ ਹੈ, ਉਹ ਕਿਸ ਕਿਸਮ ਦੀ ਹੋਣੀ ਚਾਹੀਦੀ ਹੈ, ਤੇ ਫੀਮੇਲਸ ਨੇ ਉਹ ਵੀ ਜੇ ਉਹਨਾਂ ਨਾਲ ਇਹ ਕੁਝ ਹੁੰਦਾ ਤੇ ਕੰਡੀਸ਼ਨਿੰਗ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਇੱਦਾਂ ਵਾਈਂਡ ਅਪ ਕਰੀਏ। ਜਨਰਲ ਜੈਂਡਰਸ ਦੀ ਜੇ ਗੱਲ ਕਰੀਏ ਤਾਂ ਸਭ ਤੋਂ ਪਹਿਲੀ ਜ਼ਰੂਰੀ ਹੈ ਰਿਸਪੈਕਟ ਜੀ। ਦੂਜੇ ਦੀ ਰਿਸਪੈਕਟ ਕਰੋ ਔਰ ਸੈਲਫ ਰਿਸਪੈਕਟ ਰੱਖੋ। ਬਿਲਕੁਲ ਆਪਣੇ ਆਪ ਨੂੰ ਇੱਕ ਬੈਰੀਅਰਸ ਦੇ ਵਿੱਚ ਰੱਖੋ। ਹਾਲਾਂਕਿ ਕਹਿੰਦੇ ਕਿ ਬੈਰੀਅਰਸ 'ਚ ਰੱਖਣਾ ਨਹੀਂ ਚਾਹੀਦਾ, ਲੇਕਿਨ ਆਪਣੇ ਆਪ ਲਈ ਇੱਕ ਸਰਕਲਸ ਬਣਾ ਕੇ ਰੱਖੋ, ਇੱਕ ਲਾਈਨਸ ਬਣਾ ਕੇ ਰੱਖੋ ਕਿ ਇਸ ਤੋਂ ਬਾਅਦ ਨਾ ਮੈਂ ਬਰਦਾਸ਼ਤ ਕਰਨਾ, ਨਾ ਮੈਂ ਕਿਸੇ ਨੂੰ ਉਸ ਲੈਵਲ ਤੱਕ ਲੈ ਕੇ ਜਾਣਾ ਕਿ ਉਹਦੀ ਸਹਿਨ ਸ਼ਕਤੀ ਖਤਮ ਹੋ ਜਾਏ। ਬਿਲਕੁਲ ਬੇਸ਼ੱਕ ਉਹ ਮੇਲ ਹੈ ਜਾਂ ਫੀਮੇਲ ਹੈਗੀ ਹੈ। ਦੇਰ ਆਰ ਕੇਸਿਸ ਜਿੱਥੇ ਫੀਮੇਲਸ ਵੀ ਮਰਦਾਂ ਨੂੰ ਕੁਛ ਨਾ ਕੁਛ ਟੌਂਟ ਮਾਰਦੀਆਂ ਰਹਿੰਦੀਆਂ ਨੇ ਫੈਮਲੀਜ਼ ਨੂੰ ਲੈ ਕੇ, ਜੀ ਠੀਕ ਹੈ। ਉਸੇ ਤਰ੍ਹਾਂ ਮੇਲਸ ਮਾਰਦੇ ਰਹਿੰਦੇ ਨੇ। ਤੁਸੀਂ ਜਦੋਂ ਇੱਕ ਪਾਰਟਨਰ ਚੂਜ਼ ਕੀਤਾ, ਫੈਮਲੀ ਬਾਅਦ ਚੋਂ ਆਉਂਦੀ ਹੈ, ਸਾਰੀ ਉਮਰ ਤੁਸੀਂ ਉਹਨਾਂ ਨਾਲ ਰਹਿਣਾ, ਮੇਲ ਹੋ ਜਾਂ ਫੀਮੇਲ ਹੋਵੇ, ਰਿਸਪੈਕਟ ਕਰਨਾ ਸ਼ੁਰੂ ਕਰੋ। ਮੈਕਸਿਮਮ ਪ੍ਰੋਬਲਮਸ ਜੋ ਆਉਂਦੀਆਂ ਨੇ ਮਿਸ ਕਮਿਊਨੀਕੇਸ਼ਨ ਤੇ ਮਿਸ ਇੰਟਰਪ੍ਰੀਟੇਸ਼ਨ ਦੀਆਂ ਆਉਂਦੀਆਂ। ਬਿਲਕੁਲ ਗੱਲ ਕਿਹੜੀ ਕੀਤੀ ਗਈ ਉਹ ਲਹਿਜ਼ਾ ਖਰਾਬ ਕਰ ਦਿੰਦਾ ਹੈ। ਮਾਈ ਵਰਡਸ ਆਰ ਨਾਟ ਰੋਂਗ ਬਟ ਮਾਈ ਟੋਨ ਇਜ਼। ਐਗਜ਼ੈਕਟਲੀ। ਤੋ ਇਹਨਾਂ ਚੀਜ਼ਾਂ ਨੂੰ ਜਦੋਂ ਇਨਸਾਨ ਸਮਝਣਾ ਸ਼ੁਰੂ ਕਰ ਦੇਗਾ, ਬੇਸ਼ੱਕ ਉਹ ਮੇਲ ਹੈ ਜਾਂ ਫੀਮੇਲ ਹੈਗੀ ਹੈ, ਰਿਸਪੈਕਟ ਰੱਖੋ, ਆਪਣੇ ਆਪ ਨੂੰ ਨੀਵਾਂ ਰੱਖੋ। ਨੀਵਾਂ ਐਸੇ ਨਿਮਰਤਾ ਲਿਆਓ ਆਪਣੇ 'ਚ। ਜੋ ਤੁਸੀਂ ਜੇ ਕਿਸੇ ਤੋਂ ਵੱਧ ਕਮਾ ਰਹੇ ਹੋ, ਜਿਵੇਂ ਫੀਮੇਲਸ ਦੀ ਸੈਲਰੀ ਜ਼ਿਆਦਾ ਹੈਗੀ ਹੈ, ਤਾਂ ਹਸਬੈਂਡ ਇਹ ਸੋਚੇ ਕਿ ਮੇਰੇ ਘਰ 'ਚ ਜ਼ਿਆਦਾ ਬਰਕਤ ਆ ਰਹੀ ਹੈ ਜੀ, ਔਰ ਜੇ ਫੀਮੇਲ ਜ਼ਿਆਦਾ ਕਮਾ ਰਹੀ ਹੈ ਤਾਂ ਮੇਲ ਨੂੰ ਇਹ ਨਾ ਕਵੇ ਕਿ ਤੂੰ ਮੇਰੇ ਤੋਂ ਘੱਟ ਕਮਾਉਂਦਾ ਹੈ। ਬਿਲਕੁਲ, ਕਿਉਂਕਿ ਪਈਏ ਦੋਨਾਂ ਨੇ ਬਰਾਬਰ ਨਹੀਂ ਚੱਲਣਾ ਹੈ। ਬੈਲੈਂਸ ਜਿਹੜਾ ਉਹ ਲਾਜ਼ਮੀ ਹੈ। ਬੈਲੈਂਸ ਜੀ, ਬੈਲੈਂਸ ਰਵੇ, ਇੱਕ ਦੂਜੇ ਨਾਲ ਸਰਕਲ ਆਫ ਲਵ 'ਚ ਰਹਿਣ ਐਂਡ ਐਵਰੀਥਿੰਗ ਵੁੱਡ ਬੀ ਫਾਈਨ। ਦੋਸਤੋ ਉਮੀਦ ਕਰਦੇ ਹਾਂ ਕਿ ਅੱਜ ਦੀ ਜਿਸ ਟੌਪਿਕ 'ਤੇ ਅਸੀਂ ਗੱਲਬਾਤ ਕੀਤੀ ਹੈ, ਇੱਕ ਸੈਂਸੀਬਲ ਮੈਨਰ ਦੇ ਨਾਲ ਇੱਕ ਸੈਂਸੀਬਲ ਡਿਸਕਸ਼ਨ ਅਸੀਂ ਕਰਨ ਦਾ ਹੀ ਕੀਤਾ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦੇ ਵਿਚਾਰ ਪਸੰਦ ਆਏ ਹੋਣਗੇ, ਔਰ ਖਾਸ ਕਰਕੇ ਪਸੰਦ ਆਉਣ ਤੋਂ ਵੀ ਵੱਡੀ ਜੇਕਰ ਮੈਂ ਗੱਲ ਕਰਾਂ, ਇਹਨਾਂ ਤਮਾਮ ਚੀਜ਼ਾਂ 'ਤੇ ਸਾਨੂੰ ਧਿਆਨ ਦੇਣ ਦੀ ਜ਼ਰੂਰਤ ਹੈ। ਸਾਨੂੰ ਆਪਣੀਆਂ ਸਾਰੀਆਂ ਇੰਦਰੀਆਂ ਦਰਅਸਲ ਉਹ ਖੋਲ੍ਹ ਕੇ ਰੱਖਣ ਦੀ ਜ਼ਰੂਰਤ ਹੈ। ਜਿੱਥੇ ਜੋ ਕੁਝ ਵਾਪਰ ਰਿਹਾ ਹੈ ਉਸ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਜੇਕਰ ਤੁਹਾਡੇ ਨਾਲ ਜੇਕਰ ਇਸ ਤਰ੍ਹਾਂ ਦਾ ਕੁਝ ਵਾਪਰਿਆ ਹੈ ਤਾਂ ਤੁਹਾਨੂੰ ਰਿਪੋਰਟ ਕਰਨੀ ਚਾਹੀਦੀ ਹੈ। ਜੇ ਤੁਹਾਡੇ ਆਲੇ ਦੁਆਲੇ ਇਸ ਕਿਸਮ ਦਾ ਕੁਝ ਵਾਪਰਿਆ ਹੈ ਤਾਂ ਉਸ ਨੂੰ ਵੀ ਯਕੀਨਨ ਅੱਖੋਂ ਪਰੋਖੇ ਨਹੀਂ ਕਰਨਾ ਚਾਹੀਦਾ। ਔਰ ਮੈਂ ਜਾਂਦੇ ਇਹ ਗੱਲ ਜ਼ਰੂਰ ਕਹੂੰਗੀ ਕਿ ਤੁਹਾਨੂੰ ਗ੍ਰੇਸਫੁਲੀ ਨਾ ਕਹਿਣ ਦੀ ਆਦਤ ਹੋਣੀ ਚਾਹੀਦੀ ਹੈ। ਜੇਕਰ ਤੁਹਾਨੂੰ ਕਿਸੇ ਦਾ ਟੱਚ ਚੰਗਾ ਨਹੀਂ ਲੱਗ ਰਿਹਾ, ਤੁਸੀਂ ਗ੍ਰੇਸਫੁਲੀ ਨੋ ਕਹਿ ਸਕਦੇ ਹੋ। ਕਿਸੇ ਨੇ ਤੁਹਾਨੂੰ ਪ੍ਰਪੋਜ਼ ਕੀਤਾ ਹੈ, ਉਹ ਤੁਹਾਨੂੰ ਇਨਸਾਨ ਚੰਗਾ ਨਹੀਂ ਲੱਗ ਰਿਹਾ, ਬਿਸਾਈਡਸ ਕਿ ਤੁਸੀਂ ਉਹਨੂੰ ਇੱਧਰ ਉੱਧਰ ਭਟਕਾਓ, ਗ੍ਰੇਸਫੁਲੀ ਨੋ ਕਹਿ ਦਿਓ। ਇਸ ਤੋਂ ਇਲਾਵਾ ਕਿਤੇ ਕੋਈ ਕੰਮ ਜਾਂ ਮੈਂ ਸਿੱਧੇ ਲਫ਼ਜ਼ਾਂ 'ਚ ਕਹੂੰਗੀ ਕਿ ਕੰਪਰੋਮਾਈਜ਼ਸ ਜਦ ਤੱਕ ਤੁਸੀਂ ਨਹੀਂ ਕਰੋਗੇ ਤਦ ਤੱਕ ਤੁਹਾਡੀ ਤਰੱਕੀ ਸੰਭਵ ਹੈ। ਜੇਕਰ ਤੁਸੀਂ ਕੰਪਰੋਮਾਈਜ਼ਸ ਦੇ ਰਾਹ 'ਤੇ ਤੁਰ ਪਏ ਤੇ ਬਹੁਤ ਜ਼ਿਆਦਾ ਫਿਰ ਅੱਗੇ ਇਹਨਾਂ ਚੀਜ਼ਾਂ ਦੇ ਨਾਲ ਨਹੀਂ ਵਧਿਆ ਜਾ ਸਕਦਾ। ਉਮੀਦ ਹੈ ਅੱਜ ਦੀ ਵਾਰਤਾਲਾਪ
ਲਾਹੇਵੰਦ ਰਹੀ ਹੋਏਗੀ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ। ਇਸੇ ਕਿਸਮ ਦੀਆਂ ਸੈਂਸੀਬਲ ਡਿਸਕਸ਼ਨਸ ਦੇ ਨਾਲ ਅਸੀਂ ਫਿਰ ਤੋਂ ਤੁਹਾਡੀ ਕਚਹਿਰੀ 'ਚ ਹਾਜ਼ਰੀ ਲਵਾਉਂਦੇ ਰਹਾਂਗੇ। ਸ਼ਮਸ਼ੀਰ ਜੀ ਬਹੁਤ ਬਹੁਤ ਧੰਨਵਾਦ। ਮੇਰੀ ਕਾਲ ਤੇ ਇਹਨਾਂ ਨੇ ਸਾਨੂੰ ਮੋੜਿਆ ਨਹੀਂ ਹੈ ਔਰ ਇੱਥੇ ਆਏ ਨੇ, ਆਪਣੇ ਕੀਮਤੀ ਸਮੇਂ ਤੋਂ ਟਾਈਮ ਕੱਢਿਆ। ਸੋ ਬਹੁਤ ਬਹੁਤ ਧੰਨਵਾਦ, ਸ਼ੁਕਰੀਆ ਬਹੁਤ ਬਹੁਤ। ਤੁਸੀਂ ਦੇਖਦੇ ਰਹੋ ਦਾ ਅਨਮਿਊਟ। ਮੈਨੂੰ ਗੁਰਨੀਤ ਨੂੰ ਦਿਓ ਇਜਾਜ਼ਤ। ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ। ਸ਼ੁਕਰੀਆ।